ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਪ੍ਰਭ ਦਾਤਉ ਦਾਤਾਰ, ਪਰਿਉ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ, ਜਿਹ ਲਗ ਭਉ ਜਲ ਤਰਨਾ। ਬਿਨਤ ਕਰਉ ਅਰਦਾਸ, ਸੁਨਹੁ ਜੀ ਠਾਕੁਰ ਭਾਵੈ। ਦੇਹੁ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਾਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸੋ ਕਹਉ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰਾ ਨਾਏ, ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ। ਜੀਵਾ ਤੇਰਾ ਨਾਏ, ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ। ਗੁਰ ਗਿਆਨ ਅਪਾਰਾ ਸਿਰਜਨਹਾਰਾ, ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨ ਸਕੈ ਕੋਈ। ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ।
ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ। ਆਪੇ ਕਰ ਵੇਖੈ ਸਿਰ ਸਿਰ ਲਿਖੈ, ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਦੀਨ ਦਇਆਲ ਪਤਿਤ ਪਾਵਨ, ਭਗਤ ਵਤਸਲ ਕਿਰਪਾ ਨਿਧਾਨ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਵਾਹਿਗੁਰੂ ਜੀ ਕੀ ਕਿਰਪਾ ਦੇ ਨਾਲ ਪ੍ਰਾਪਤ ਹੋ ਰਿਹਾ ਹੈ। ਮਹਾਨ ਪਰਮ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ, ਤਿਸ ਦੀ ਕਥਾ ਵਿਚਾਰ ਕਰਨ ਸੁਣਨ ਦੇ ਵਾਸਤੇ ਵਡਭਾਗੀ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਮਿਲ ਬੈਠੀਆਂ ਨੇ। ਔਰ ਇਸੇ ਪ੍ਰਕਾਰ ਦੇਸ਼ ਵਿਦੇਸ਼ਾਂ ਦੇ ਵਿੱਚ ਟੀਵੀ ਮਾਧਿਅਮ ਦੇ ਰਾਹੀਂ ਵਡਭਾਗੀ ਸੰਗਤਾਂ ਮਨ ਕਰਕੇ ਗੁਰਚਰਨਾਂ ਨਾਲ ਜੁੜੀਆਂ ਹੋਈਆਂ ਨੇ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਸਤਿਗੁਰਾਂ ਨੇ ਧਨਾਸਰੀ ਦੇ ਸ਼ੰਤਾਂ ਦੇ ਵਿੱਚ ਉਚਾਰਨ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 688-99 ਉੱਪਰ ਸੁਭਾਏਮਾਨ ਹੈ। 5 ਪਦੇ ਹਨ ਸ਼ਬਦ ਦੇ, ਇੱਕ ਇੱਕ ਪਦੇ ਦੀਆਂ 6-6 ਪੰਗਤੀਆਂ ਨੇ। ਅਕਾਲ ਪੁਰਖ ਵਾਹਿਗੁਰੂ ਕੇ ਨਾਮ ਸਿਮਰਨ ਦੀ ਮਹਾਨਤਾ, ਉਸ ਅਕਾਲ ਪੁਰਖ ਵਾਹਿਗੁਰੂ ਕੀਆਂ ਬੇਅੰਤ ਬਖਸ਼ਿਸ਼ਾਂ ਦਾ ਵਰਣਨ, ਨਾਮ ਸਿਮਰਨ ਕਰਨ ਵਾਲਿਆਂ ਦਾ ਆਤਮਿਕ ਆਨੰਦ। ਸੋ ਐਸਾ ਵਰਣਨ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕੀਤਾ ਹੈ। ਔਰ ਅਕਾਲ ਪੁਰਖ ਜੀ ਕੇ ਸਨਮੁਖ ਪੰਗਤੀਆਂ ਉਚਾਰਨ ਕੀਤੀਆਂ ਨੇ। ਆਓ ਸਰੀਰ ਤੌਰ 'ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਮਨ ਨੂੰ ਵੀ ਗੁਰ ਚਰਨਾਂ ਵਿੱਚ ਹਾਜ਼ਰ ਰੱਖਣ ਦਾ ਯਤਨ ਕਰੀਏ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿੱਚ ਜੋੜ ਸ਼ਰਧਾ ਭਾਵਨਾ ਦੇ ਸਹਿਤ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਧੰਨ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪ੍ਰਤੱਖ ਸਰੂਪ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੈ। ਸ੍ਰੀ ਰਾਗ ਤੋਂ ਜੈਜਾਵੰਤੀ ਤੱਕ ਜੋ 31 ਰਾਗ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਤਿਨਾਂ ਵਿੱਚੋਂ ਧਨਾਸਰੀ ਦਾ 10ਵਾਂ ਅਸਥਾਨ ਹੈ। ਔਰ ਰਾਗ ਵਿਦਿਆ ਦੇ ਲਿਹਾਜ਼ ਨਾਲ ਮਾਲ ਕੌਂਸ ਰਾਗ ਦੇ ਪਰਿਵਾਰ ਵਿੱਚੋਂ ਇਸ ਨੂੰ ਮੰਨਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫਰਮਾਨ ਕਰਦੇ ਹਨ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੀਵਾ ਤੇਰਾ ਨਾਏ, ਮੈਂ ਤੇਰੇ ਨਾਮ ਨੂੰ ਹੀ ਜਪ ਜਪ ਕੇ ਜਿਉਂਦਾ ਹਾਂ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਉਂਦਿਆਂ ਵਿੱਚ ਗਿਣਤੀ ਉਹਨਾਂ ਦੀ ਹੀ ਕੀਤੀ ਹੈ
ਜੋ ਅਕਾਲ ਪੁਰਖ ਵਾਹਿਗੁਰੂ ਜੀ ਕਾ ਨਾਮ ਆਪਣੇ ਜੀਵਨ ਦੇ ਵਿੱਚ ਜਪਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹਜ਼ੂਰ ਫਰਮਾਉਂਦੇ ਨੇ ਜਿਉਂਦਾ ਤਾਂ ਅਸਲ ਵਿੱਚ ਉਹੀ ਹੈ ਜਿਸ ਦੇ ਮਨ ਵਿੱਚ ਸਿਮਰਨ ਰੂਪ ਹੋ ਕੇ ਉਹ ਅਕਾਲ ਪੁਰਖ ਵਾਹਿਗੁਰੂ ਵਸਿਆ ਹੈ। ਬਾਕੀ ਹੋਰ ਕਿਸੇ ਦੀ ਗਿਣਤੀ ਜਿਉਂਦਿਆਂ ਦੇ ਵਿੱਚ ਨਹੀਂ। ਦੁਨੀਆ ਦੇ ਵਿੱਚ ਕੁਝ ਖਾਸ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਵਿਸ਼ੇਸ਼ਤਾਵਾਂ ਵਾਲੇ ਮਨੁੱਖ ਨੂੰ ਦੁਨਿਆਵੀ ਮੱਤ ਮੁਤਾਬਕ ਵਡਿਆਇਆ ਜਾਂਦਾ ਹੈ। ਉਹਨਾਂ 5 ਵਿਸ਼ੇਸ਼ਤਾਵਾਂ ਦਾ ਜ਼ਿਕਰ ਸਤਿਗੁਰੂ ਜੀ ਗੁਰਬਾਣੀ ਵਿੱਚ ਕਰਕੇ ਫਰਮਾਨ ਕਰਦੇ ਨੇ ਕਿ ਇਹ ਵਿਸ਼ੇਸ਼ਤਾਵਾਂ ਹੁੰਦਿਆਂ ਹੋਇਆਂ ਵੀ ਜੇ ਵਾਹਿਗੁਰੂ ਕਾ ਨਾਮ ਨਹੀਂ ਜਪਦਾ ਤਾਂ ਗਿਣਤੀ ਮੁਰਦਿਆਂ ਦੇ ਵਿੱਚ ਹੈ। ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਅਤ ਸੁੰਦਰ, ਕੋਈ ਸਰੀਰਕ ਤੌਰ 'ਤੇ ਬਹੁਤ ਸੁੰਦਰ ਰੂਪ ਵਾਲਾ ਹੋਵੇ, ਸੋਹਣਾ ਚਿਹਰਾ ਮੁਹਾਂਦਰਾ ਹੋਵੇ। ਕੁਲੀਨ, ਉੱਚੀ ਕੁਲ ਵਾਲਾ ਹੋਵੇ, ਚੰਗੇ ਘਰਾਣੇ ਵਿੱਚ ਜੰਮਿਆ ਪਲਿਆ ਹੋਵੇ। ਤੀਸਰੀ ਗੱਲ ਕਿ ਚਤਰ, ਵਿਹਾਰਾਂ ਦੀ ਸੂਝ-ਬੂਝ ਵਿੱਚ ਵੀ ਬੜਾ ਚਤਰ, ਬੜਾ ਸੂਝਵਾਨ ਹੋਵੇ। ਮੁਖ ਗਿਆਨੀ, ਚੌਥੀ ਵਿਸ਼ੇਸ਼ਤਾ ਕਿ ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਸੁੰਦਰਤਾ ਦੇ ਨਾਲ ਕਰਨ ਦਾ ਬਲ ਰੱਖਦਾ ਹੋਵੇ, ਇਹ ਵੀ ਗੁਣ ਉਹਦੇ ਵਿੱਚ ਹੋਵੇ। ਤੇ 5ਵਾਂ ਬਚਨ ਧਨਵੰਤ, ਧਨਾੜ ਵੀ ਹੋਵੇ, ਅਮੀਰ ਵੀ ਹੋਵੇ। ਕਿਸੇ ਇੱਕ ਮਨੁੱਖ ਵਿੱਚ ਇਹ 5 ਵਿਸ਼ੇਸ਼ਤਾਵਾਂ ਮਿਲਣੀਆਂ ਬਹੁਤ ਨਾਮੁਮਕਿਨ ਨੇ, ਘੱਟ ਹੀ ਨੇ। ਸੋਹਣਾ ਵੀ ਹੋਵੇ, ਧਨਵਾਨ ਵੀ ਹੋਵੇ, ਗਿਆਨਵਾਨ ਵੀ ਹੋਵੇ, ਸੂਝਵਾਨ ਵੀ ਹੋਵੇ ਤੇ ਉੱਚੀ ਕੁਲ ਵਾਲਾ ਵੀ ਹੋਵੇ। ਪਰ ਜੇ ਕਿਸੇ ਵਿੱਚ ਇਹ 5 ਵਿਸ਼ੇਸ਼ਤਾਵਾਂ ਮੌਜੂਦ ਵੀ ਨੇ ਤਾਂ ਇਹਨਾਂ ਦੇ ਹੁੰਦਿਆਂ ਹੋਇਆਂ ਵੀ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਜੁੜੀ ਹੋਈ ਤਾਂ ਉਹਨੂੰ ਮਿਰਤਕ ਹੀ ਕਿਹਾ ਜਾਵੇਗਾ। ਉਹ ਮਰਿਆ ਹੋਇਆ ਹੈ ਕਿਉਂਕਿ ਆਤਮਿਕ ਤੌਰ 'ਤੇ ਮਰਿਆ ਹੈ। ਨਾਮਹੀਨ ਅਸ ਸਵਾਸ ਸਹਿਤ ਹੈ, ਜਿਉ ਪਸਰਾ ਮਹਿ ਫੂਕ ਬਹਿਤ ਹੈ। ਜੇ ਆਪਾਂ ਕਹੀਏ ਜੀ ਸਾਹ ਚੱਲਦੇ ਨੇ, ਜੀਵ ਤੁਰਿਆ ਫਿਰਦਾ, ਮਿਰਤਕ ਕਿਵੇਂ ਹੋਇਆ? ਤਾਂ ਬਚਨ ਕੀਤਾ ਕਿ ਭਾਈ ਨਾਮ ਤੋਂ ਹੀਣਾ ਜਿਹੜਾ ਮਨੁੱਖ ਹੈ, ਭਾਵੇਂ ਉਹ ਸਵਾਸਾਂ ਦੇ ਸਮੇਤ ਹੀ ਹੈ। ਸਾਹ ਕੀ ਨੇ? ਹਵਾ ਦਾ ਆਵਾਗਮਨ ਹੈ ਨਾ। ਹਵਾ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ, ਹਵਾ ਹੀ ਬਾਹਰ ਨਿਕਲਦੀ ਹੈ। ਉਹਦਾ ਜੀਵਨ ਇਉਂ ਜਾਣੋ ਕਿ ਜਿਵੇਂ ਭਸਰਾ ਕਹਿੰਦੇ ਨੇ ਫੂਕਣੀ ਨੂੰ। ਜਿਵੇਂ ਸਾਧ ਸੰਗਤ ਜੀ ਚੁੱਲ੍ਹੇ ਵਿੱਚ ਮਾਈਆਂ ਅੱਗ ਬਾਲਿਆ ਕਰਦੀਆਂ, ਤਾਂ ਅੱਗ ਵਿੱਚ ਫੂਕ ਮਾਰਨ ਦੇ ਵਾਸਤੇ ਇੱਕ ਲੋਹੇ ਦੀ ਕੋਈ ਨਾਲੀ ਜਿਹੀ ਹੁੰਦੀ ਹੈ, ਉਸ ਨੜੇ ਰਾਹੀਂ, ਉਸ ਨਾਲੀ ਰਾਹੀਂ ਫੂਕ ਮਾਰੀ ਜਾਂਦੀ ਹੈ। ਮੂੰਹ ਵਿੱਚੋਂ ਮਾਰੀ ਜਾਣ ਵਾਲੀ ਫੂਕ ਵੀ ਤਾਂ ਹਵਾ ਹੀ ਹੈ, ਜੋ ਉਸ ਨਾਲੀ ਵਿੱਚੋਂ, ਜਿਸ ਨੂੰ ਧੌਂਕਣੀ ਜਾਂ ਫੂਕਣੀ ਕਹਿੰਦੇ ਨੇ, ਇੱਕ ਪਾਸਿਓਂ ਉਹਦੇ ਵਿੱਚ ਪ੍ਰਵੇਸ਼ ਕਰ ਰਹੀ ਹੈ, ਦੂਜੇ ਪਾਸਿਓਂ ਨਿਕਲ ਰਹੀ ਹੈ। ਪਰ ਉਹ ਲੋਹੇ ਦੀ ਬੇਜਾਨ ਨਾਲੀ ਕੋਈ ਜਾਨਦਾਰ ਵਸਤੂ ਤਾਂ ਨਹੀਂ। ਇਸੇ ਤਰ੍ਹਾਂ ਇਸ ਸਰੀਰ ਵਿੱਚ ਸਵਾਸ ਆ ਵੀ ਰਹੇ ਨੇ, ਜਾ ਵੀ ਰਹੇ ਨੇ, ਪਰ ਸਵਾਸਾਂ ਦੇ ਚੱਲਦਿਆਂ ਹੋਇਆਂ ਵੀ ਸਰੀਰ ਮਿਰਤਕ ਹੈ ਜੇ ਵਾਹਿਗੁਰੂ ਕਾ ਨਾਮ ਨਹੀਂ ਜਪਦਾ, ਜੇ ਵਾਹਿਗੁਰੂ ਨਾਲ ਪ੍ਰੀਤੀ ਨਹੀਂ ਜੁੜੀ। ਹੇ ਵਾਹਿਗੁਰੂ ਜੀ, ਜੀਵਾ ਤੇਰੇ ਨਾਏ, ਤੇਰੇ ਨਾਮ ਦੇ ਸਦਕਾ ਹੀ ਮੈਂ ਜੀਂਦਾ ਹਾਂ। ਤੇਰੇ ਨਾਮ ਨਾਲ ਐਸੀ ਪ੍ਰੀਤੀ ਹੈ ਕਿ ਨਾਮ ਜਪਦਾ ਹਾਂ ਤਾਂ ਮੇਰਾ ਜੀਵਨ ਹੈ। ਆਤਮਿਕ ਜੀਵਨ ਦੀ ਪ੍ਰਾਪਤੀ ਤੇਰੇ ਨਾਮ ਨੂੰ ਜਪਣ ਕਰਕੇ ਹੁੰਦੀ ਹੈ। ਮਨ ਆਨੰਦ ਹੈ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕੇ ਨਾਮ ਨੂੰ ਜਪ ਕੇ ਹੀ ਮਨ ਨੂੰ ਸੱਚੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਕਹਿਣ ਮਾਤਰ ਨੂੰ ਤਾਂ ਆਨੰਦ ਆਨੰਦ ਸਾਰੇ ਕਹੀ ਜਾਂਦੇ ਹੈ। ਕਿਸੇ ਨੂੰ ਹਾਲ ਚਾਲ ਪੁੱਛੋ, ਚੰਗਾ ਹਾਲ ਹੋਵੇ, ਕਹਿ ਦਿੱਤਾ ਬਸ ਜੀ ਬੜਾ ਆਨੰਦ ਹੈ, ਆਨੰਦ ਹੀ ਬਣਿਆ। ਭੁੱਖ ਬਹੁਤ ਲੱਗੀ ਸੀ, ਪ੍ਰਸ਼ਾਦਾ ਪਾਣੀ ਛਕਣ ਨੂੰ ਮਿਲ ਗਿਆ, ਛਕ ਲਿਆ, ਕਹਿੰਦਾ ਜੀ ਆਨੰਦ ਹੋ ਗਿਆ। ਵਿਸ਼ਈ ਮਨੁੱਖ ਵਿਸ਼ਿਆਂ ਵਿਕਾਰਾਂ ਦੇ ਵਿੱਚੋਂ ਆਨੰਦ ਦੀ ਕਲਪਨਾ ਕਰਦਾ ਹੈ। ਦੁਨੀਆ ਦੇ ਚਕਾ ਚੌਂਧ ਵਿੱਚ ਖਿਆਲ ਰੱਖਣ ਵਾਲਾ, ਪ੍ਰੀਤ ਰੱਖਣ ਵਾਲਾ ਮਨੁੱਖ ਜਦੋਂ ਦੁਨੀਆ ਦੇ ਰਾਗ ਰੰਗ ਤਮਾਸ਼ੇ ਨਾਚ ਗਾਣੇ ਵੇਖਦਾ ਸੁਣਦਾ, ਕਹਿੰਦਾ ਬੜਾ ਆਨੰਦ ਆਇਆ। ਪਰ ਇਹ ਸਾਰੇ ਝੂਠੇ ਆਨੰਦ, ਕੇਵਲ ਤੇ ਕੇਵਲ ਮਨੁੱਖ ਦਾ ਇੱਕ ਭਰਮ ਮਾਤਰ। ਇਹਨਾਂ ਨੂੰ ਖਤਮ ਹੁੰਦਿਆਂ ਵੀ ਦੇਰ ਕੋਈ ਨਹੀਂ ਲੱਗਦੀ। ਇਉਂ ਆਨੰਦ ਆਨੰਦ ਸਭ ਕੋ ਕਹੈ, ਕਹਿਣ ਨੂੰ ਤਾਂ ਆਨੰਦ ਆਨੰਦ ਸਾਰੇ ਹੀ ਕਹੀ ਜਾਂਦੇ ਹੈ, ਪਰ
ਆਨੰਦ ਗੁਰ ਤੇ ਜਾਣਿਆ। ਅਸਲ ਆਨੰਦ ਕੀ ਹੈ? ਉਹ ਗੁਰੂ ਤੋਂ ਜਾਣਿਆ ਜਾਂਦਾ ਹੈ। ਸਤਿਗੁਰਾਂ ਦੀ ਕਿਰਪਾ ਨਾਲ ਸੋਝੀ ਮਿਲਦੀ ਹੈ। ਉਹ ਆਨੰਦ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ। ਉਹ ਆਨੰਦ ਹੈ ਪ੍ਰਮਾਤਮਾ ਦੇ ਸਿਮਰਨ ਦਾ। ਸੋ ਮਹਾਰਾਜ ਤੇਰਾ ਨਾਮ ਜਪ ਕੇ ਮੈਂ ਆਤਮਿਕ ਤੌਰ ਤੇ ਜਿਉਂਦਾ ਹੈ ਤੇ ਤੇਰੇ ਨਾਮ ਨੂੰ ਜਪਣ ਕਰਕੇ ਸਦਾ ਆਨੰਦ ਮਨ ਵਿੱਚ ਬਣਿਆ ਹੋਇਆ ਹੈ। ਸਾਚੋ ਸਾਚਾ ਨਾਉ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਸੱਚਾ ਕੀ? ਜਿਹੜਾ ਤ੍ਰਈ ਕਾਲ ਆਬਾਦ ਰੂਪ ਹੋਵੇ। ਤ੍ਰਈ ਕਾਲ ਆਬਾਦ ਤੋਂ ਭਾਵ ਕੇ ਭੂਤ ਭਵਿੱਖਤ ਵਰਤਮਾਨ, ਜਿਹੜਾ ਤਿੰਨਾਂ ਸਮਿਆਂ ਵਿੱਚ ਕਦੇ ਨਾਸ ਨਾ ਹੋਵੇ, ਕਦੇ ਸਮੇਂ ਦੇ ਬੰਧਨ ਵਿੱਚ ਨਾ ਆਵੇ, ਉਸ ਨੂੰ ਕਿਹਾ ਜਾਂਦਾ ਹੈ ਸੱਚ ਸਰੂਪ, ਜੋ ਨਿਸ਼ਚੇਵਾਚਕ ਹੈ, ਸਦਾ ਮੌਜੂਦ ਹੈ। ਵਾਹਿਗੁਰੂ ਤੂੰ ਆਪ ਵੀ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਗੁਣ ਗੋਬਿੰਦ ਹੈ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਗੋਵਿੰਦ, ਗੋ ਬਾਣੀ ਕਰਕੇ ਵਿੰਦ ਜਾਣਨੇ ਜੋਗ, ਗੋ ਇੰਦਰੀਆਂ ਦੀ ਵਿੰਦ ਰੱਖਿਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਬੇਅੰਤ ਗੁਣ ਅਤੇ ਉਹ ਗੁਣ ਵੀ ਸੱਚੇ ਹਨ। ਗੁਰ ਗਿਆਨ ਅਪਾਰਾ ਸਿਰਜਨਹਾਰਾ। ਜਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਪ੍ਰਾਪਤ ਹੋਵੇ, ਗੁਰ ਗਿਆਨ, ਜਿਹੜਾ ਗੁਰ ਸ਼੍ਰੋਮਣੀ ਗਿਆਨ ਹੈ, ਜੋ ਗੁਰ ਉੱਤਮ ਗਿਆਨ ਹੈ, ਗੁਰ ਅਗਿਆਨਤਾ ਦੇ ਹਨੇਰੇ ਨੂੰ ਨਾਸ ਕਰਕੇ ਹਿਰਦੇ ਵਿੱਚ ਚਾਨਣ ਪ੍ਰਕਾਸ਼ ਕਰ ਦੇਣ ਵਾਲਾ ਗਿਆਨ ਹੈ। ਅਪਾਰਾ, ਉਸ ਗਿਆਨ ਰਾਹੀਂ ਸੋਝੀ ਮਿਲਦੀ ਹੈ ਕਿ ਵਾਹਿਗੁਰੂ ਅਪਾਰ ਹੈ। ਅਪਾਰ ਤੋਂ ਭਾਵ ਜਿਸ ਦਾ ਪਾਰਾਵਾਰ ਕੋਈ ਨਾ ਪਾਇਆ ਜਾ ਸਕੇ। ਪਾਰਾਵਾਰ ਇਹ ਦੋ ਲਫ਼ਜ਼ਾਂ ਦਾ ਸੁਮੇਲ ਹੈ, ਪਾਰ ਉਰਾਰ। ਕਿਸੇ ਨਦੀ ਕਿਨਾਰੇ, ਕਿਸੇ ਦਰਿਆ, ਕਿਸੇ ਨਹਿਰ ਕਿਨਾਰੇ ਆਪਾਂ ਜਾ ਖਲੋਈਏ, ਜਿਸ ਕਿਨਾਰੇ 'ਤੇ ਖਲੋਤੇ ਹਾਂ ਉਸ ਨੂੰ ਉਰਾਰ, ਉਰਲਾ ਕਿਨਾਰਾ ਕਹਾਂਗੇ, ਤੇ ਜਿਹੜਾ ਉਹਦੇ ਤੋਂ ਪਰਲਾ ਕਿਨਾਰਾ ਹੈ ਉਹਨੂੰ ਪਾਰ ਕਹਾਂਗੇ। ਉਰਾਰ ਅਤੇ ਪਾਰ, ਉਹਦੇ ਵਿੱਚ ਵਿੱਚ ਪਾਣੀ ਚੱਲ ਰਿਹਾ ਹੈ। ਇਉਂ ਉਰਾਰ ਅਤੇ ਪਾਰ ਜਿਹੜੀ ਇੱਕ ਸੀਮਾ ਹੈ, ਇੱਕ ਹੱਦ ਹੈ, ਉੱਥੋਂ ਆਰੰਭ ਹੋ ਕੇ ਅਗਲੇ ਪਾਸੇ ਉਸ ਦਾ ਜਿਹੜੀ ਚੌੜਾਈ ਹੈ ਦਰਿਆ ਦੀ, ਉਹ ਖਤਮ ਹੋ ਰਹੀ ਹੈ। ਪਰ ਵਾਹਿਗੁਰੂ ਜੀ ਕਾ ਆਦ ਅੰਤ ਕੋਈ ਨਹੀਂ। ਕਿੱਥੋਂ ਆਰੰਭ ਹੈ, ਕਿੱਥੇ ਖਾਤਮਾ ਹੈ, ਇਹ ਗੱਲਾਂ ਤਾਂ ਉਸ ਵਾਹਿਗੁਰੂ ਕੇ ਸਰੂਪ ਵਿੱਚ ਹੈ ਹੀ ਨਹੀਂ, ਕਿਉਂਕਿ ਆਦ ਅੰਤ ਤੋਂ ਰਹਿਤ ਹੈ, ਸਦਾ ਇੱਕ ਰਸ ਹੈ। ਇਉਂ ਪਾਰਾਵਾਰ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰਾ, ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ, ਸਭ ਕਾਰਨਾਂ ਨੂੰ ਸਿਰਜਣ ਵਾਲਾ, ਸਾਰੇ ਪਦਾਰਥਾਂ ਦੀ ਉਤਪਤੀ ਕਰਨ ਵਾਲਾ ਹੈ। ਜਿਨ ਸਿਰਜੀ ਤਿਨ ਗੋਈ। ਗੁਰੂ ਕੇ ਬਖਸ਼ੇ ਗਿਆਨ ਦੁਆਰਾ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਜਿਨ ਸਿਰਜੀ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਿਰਜੀ ਹੈ, ਜਿਸ ਨੇ ਇਸ ਦੀ ਰਚਨਾ ਕੀਤੀ ਹੈ, ਤਿਨ ਗੋਈ, ਉਸੇ ਨੇ ਇਹ ਗੋਈ ਮਿਲਾ ਲਈ ਹੈ ਆਪਣੇ ਰੂਪ ਵਿੱਚ, ਭਾਵ ਕੇ ਨਾਸ ਵੀ ਕਰ ਦਿੱਤੀ ਹੈ। ਪ੍ਰਾਤਨ ਮਹਾਂਪੁਰਖ ਗੋਈ ਅੱਖਰ ਨੂੰ ਤਿੰਨ ਅਰਥਾਂ ਵਿੱਚ ਲਿਆ ਕਰਦੇ। ਗੋਈ ਦਾ ਅਰਥ ਮਿਲਾਈ, ਗੋਈ ਦਾ ਅਰਥ ਛੁਪਾਈ, ਭਾਵ ਛੁਪਾ ਦਿੱਤੀ, ਨਾਸ ਕਰ ਦਿੱਤੀ। ਸੋ ਇਸ ਪ੍ਰਕਾਰ ਜਿਨ ਸਿਰਜੀ, ਜਿਸ ਨੇ ਸਿਰਜਿਆ ਹੈ ਇਸ ਸ੍ਰਿਸ਼ਟੀ ਨੂੰ, ਉਸੇ ਨੇ ਇਸ ਨੂੰ ਛੁਪਾ ਲਿਆ, ਭਾਵ ਨਾਸ ਕਰਨ ਵਾਲਾ ਵੀ ਆਪੇ ਹੈ। ਆਪੇ ਜੀਵਾਂ ਨੂੰ ਪੈਦਾ ਕਰਦਾ ਹੈ, ਆਪੇ ਖਾਤਮਾ ਕਰਨ ਵਾਲਾ ਹੈ। ਪਰਵਾਣਾ ਆਇਆ ਹੁਕਮ ਪਠਾਇਆ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਵਾਨਾ, ਉਸ ਦਾ ਸੱਦਾ ਆ ਗਿਆ, ਜੋ ਕਿ ਹੁਕਮ ਦੇ ਮਾਲਕ ਵਾਹਿਗੁਰੂ ਨੇ ਆਪਣੇ ਹੁਕਮ ਦੇ ਮੁਤਾਬਕ ਭੇਜਿਆ, ਫੇਰ ਨਾ ਸਕੈ ਕੋਈ, ਤਾਂ ਉਸ ਦੇ ਉਸ ਪਰਵਾਨੇ ਨੂੰ ਕੋਈ ਫੇਰ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ, ਕੋਈ ਮੀਟ ਨਹੀਂ ਸਕਦਾ। ਮਹਾਰਾਜ ਜੀ ਕੇ ਪਾਵਨ ਬਚਨ ਗੁਰਬਾਣੀ ਵਿੱਚ ਤਕਰੀਬਨ ਆਪਾਂ ਸਭ ਸੰਗਤਾਂ ਨੂੰ ਚੇਤੇ ਹੁੰਦੇ ਨੇ, ਜੇਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਵਾਹਿਗੁਰੂ ਨੇ ਜੀਵਾਂ ਨੂੰ ਭੇਜਿਆ, ਘੱਲਿਆ ਸੰਸਾਰ ਵਿੱਚ, ਉਹਦੇ ਘੱਲੇ ਹੋਏ ਜੀਵ ਆ ਗਏ। ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ, ਓਨੀ ਪੂੰਜੀ ਜੀਵ ਨੇ ਭੋਗੀ, ਓਨੀ ਮਾਣੀ। ਤੇ ਫਿਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਇਆ ਹਕਾਰਾ ਚੱਲਣ ਵਾਲਾ। ਹਕਾਰਾ ਸੱਦਾ ਆ ਗਿਆ, ਕਾਹਦਾ ਜੀ? ਚੱਲਣ ਵਾਲਾ। ਦੱਸ ਭਾਈ, ਤੇਰਾ ਹੁਣ ਇਹ ਚੱਲਣ ਦਾ ਸਮਾਂ ਆ ਗਿਆ ਹੈ, ਤੇਰੇ ਸਵਾਸਾਂ ਦਾ ਖਾਤਮਾ ਹੋ ਚੁੱਕਾ ਹੈ, ਹੁਣ ਸਰੀਰ ਨੂੰ ਤਿਆਗ ਕੇ ਆਤਮਿਕ ਰੂਪ ਵਿੱਚ ਤੂੰ ਪਰਲੋਕ ਨੂੰ ਚਾਲੇ ਪਾ ਦੇ। ਇਹ ਪ੍ਰਮਾਤਮਾ ਦਾ ਹਕਾਰਾ ਹੈ, ਇਹ ਸੱਦਾ ਹੈ।
ਸੋ ਜਦੋਂ ਇਹ ਹਕਾਰਾ ਆਇਆ ਹੈ ਨਾ, ਜਦੋਂ ਇਹ ਪਰਵਾਨਾ ਆ ਗਿਆ, ਉਸ ਪਰਮਾਤਮਾ ਦਾ ਸ਼ਾਹੀ ਹੁਕਮ ਦੁਨੀਆ ਤੋਂ ਚੱਲਣ ਦਾ ਆ ਗਿਆ, ਜੋ ਕਿ ਆਪ ਹੀ ਵਾਹਿਗੁਰੂ ਨੇ ਭੇਜਿਆ ਹੈ। ਕੋਈ ਨਹੀਂ ਉਹਨੂੰ ਮੋੜ ਸਕਦਾ, ਕੋਈ ਨਹੀਂ ਕਹਿ ਸਕਦਾ ਕਿ ਮੈਂ ਇਹ ਪਰਵਾਨਾ ਜਿਹੜਾ ਮੈਂ ਪ੍ਰਵਾਨ ਨਹੀਂ ਕਰਦਾ, ਮੈਂ ਇਸ ਨੂੰ ਲੈਂਦਾ ਨਹੀਂ, ਜਾਂ ਮੈਂ ਇਹ ਆਗਿਆ ਇਹ ਹੁਕਮ ਮੰਨਦਾ ਨਹੀਂ। ਨਹੀਂ ਭਾਈ, ਹੁਕਮ ਮੰਨਣਾ ਹੀ ਪੈਂਦਾ। ਜਦੋਂ ਜੀਵਾਂ ਨੂੰ ਭੇਜਦਾ ਤਾਂ ਵੀ ਜੀਵ ਇਨਕਾਰ ਨਹੀਂ ਕਰ ਸਕਦਾ ਕਿ ਨਹੀਂ ਮੈਂ ਨਹੀਂ ਦੁਨੀਆ ਤੇ ਜਨਮ ਲੈਣਾ। ਉਦੋਂ ਜਨਮ ਲੈ ਕੇ ਆਉਂਦਾ ਹੀ ਹੈ, ਤੇ ਜਦੋਂ ਧੁਰੋਂ ਸੱਦਾ ਆ ਗਿਆ ਤਾਂ ਜਾਣਾ ਹੀ ਪੈਂਦਾ ਹੈ। ਭਾਈ ਕੋਈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਸ ਅਟਲ ਪਰਵਾਨੇ ਨੂੰ ਮੋੜ ਨਹੀਂ ਸਕਦਾ। ਆਪੇ ਕਰ ਵੇਖੈ ਸਿਰ ਸਿਰ ਲਿਖੈ। ਸਿਰਾਂ ਸਿਰਾਂ ਉੱਪਰ ਪਰਮਾਤਮਾ ਨੇ ਲੇਖ ਲਿਖੇ ਹੋਏ ਨੇ, ਸਭ ਦੇ ਸਿਰਾਂ ਉੱਪਰ ਲੇਖ ਉਸ ਵਾਹਿਗੁਰੂ ਨੇ ਪਾਇਆ ਹੈ। ਜਦੋਂ ਇਹ ਜੀਵ ਸੰਸਾਰ ਦੇ ਵਿੱਚ ਆਇਆ ਹੈ ਨਾ, ਉਹਦੇ ਤੋਂ ਪਹਿਲਾਂ ਹੀ ਮਿਲ ਮਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੈ ਲੇਖ ਲਿਖਾਇਆ। ਮਾਤਾ ਪਿਤਾ ਦੇ ਸੰਜੋਗ ਤੋਂ, ਮਾਤਾ ਦੇ ਉਦਰ ਦੇ ਵਿੱਚ ਜਦੋਂ ਇਸ ਸਰੀਰ ਦੀ ਰਚਨਾ ਆਰੰਭ ਹੋਈ, ਜਦੋਂ ਜਦੋਂ ਸਰੀਰ ਦੀ ਰਚਨਾ ਆਰੰਭ ਹੁੰਦੀ ਗਈ, ਤੁਰਦੀ ਗਈ, ਬਣਦੀ ਗਈ, ਤਿਉਂ-ਤਿਉਂ ਪਰਮਾਤਮਾ ਨੇ ਇਸ ਦੇ ਜੀਵਨ ਦੇ ਜਿਹੜੇ ਲੇਖ ਨੇ, ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਨੇ, ਉਹ ਵੀ ਲਿਖ ਦਿੱਤੇ। ਲਿਖ ਦਾਤ ਜੋਤ ਵਡਿਆਈ। ਕਿੰਨਾ ਸਮਾਂ ਇਹ ਆਤਮਾ ਸਰੀਰ ਵਿੱਚ ਰਹੇਗੀ, ਕਿੰਨਾ ਸਮਾਂ ਇਹਦਾ ਜੀਵਨ ਹੋਵੇਗਾ, ਕੀ ਦੁੱਖ ਸੁੱਖ ਪ੍ਰਾਪਤ ਕਰੇਗਾ, ਕੀ ਕੁਝ ਪ੍ਰਾਪਤੀ ਹੋਵੇਗੀ, ਕੀ ਕੁਝ ਨੁਕਸਾਨ ਹੋਵੇਗਾ, ਇਹ ਸਾਰੇ ਲੇਖ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਲਿਖ ਦਿੱਤੇ। ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ, ਸਭ ਕੁਝ ਲੇਖੇ ਵਿੱਚ ਹੈ। ਸਰਬ ਜੀਆਂ ਸਿਰ ਲੇਖ ਧੁਰਾਹੂ, ਬਿਨ ਲੇਖੈ ਨਹੀਂ ਕੋਈ ਜੀਓ। ਧੁਰੋਂ ਤੋਂ ਲੇਖ ਸਾਰਿਆਂ ਦੇ ਸਿਰਾਂ ਦੇ ਉੱਪਰ, ਸਭ ਦੇ ਮਸਤਕ ਉੱਪਰ ਲਿਖੇ ਹੋਏ ਹੈ। ਬਿਨਾਂ ਵਾਹਿਗੁਰੂ ਦੀ ਲਿਖਤ ਤੋਂ ਕੋਈ ਵੀ ਇਸ ਸੰਸਾਰ ਦੇ ਵਿੱਚ ਨਹੀਂ ਆਇਆ। ਸਿਰ ਸਿਰ ਲੇਖ ਹੈ, ਸਿਰ ਬਸਿਰ ਉਹਦੇ ਲੇਖ ਸਭਨਾਂ ਦੇ ਸਿਰਾਂ ਤੇ ਹੈ, ਤੇ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਕਰਕੇ ਆਪ ਹੀ ਵੇਖ ਰਿਹਾ, ਆਪ ਹੀ ਸਾਰਿਆਂ ਦੇ ਕਰਮਾਂ ਕਰਤੱਬਾਂ ਨੂੰ ਤੱਕ ਵੀ ਰਿਹਾ ਹੈ। ਆਪੇ ਸੁਰਤ ਬੁਝਾਈ। ਤੇ ਗੁਰੂ ਰੂਪ ਹੋ ਕੇ ਉਸ ਪਰਮਾਤਮਾ ਨੇ ਆਪੇ ਹੀ ਸੁਰਤ, ਸੁਰਤ ਤੋਂ ਭਾਵ ਹੈ ਸੋਝੀ। ਕਿਹੜੀ ਸੋਝੀ? ਆਤਮਿਕ ਜੀਵਨ ਦੀ ਸੋਝੀ। ਸਭ ਤੋਂ ਪਹਿਲਾਂ ਤਾਂ ਇਹ ਸੋਝੀ ਕਿ ਜੀਵਨ ਮਿਲਿਆ ਕਾਦੇ ਵਾਸਤੇ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਇਹ ਜੀਵਨ ਦਾ ਮਕਸਦ ਕਿਵੇਂ ਪੂਰਾ ਹੋਵੇਗਾ? ਇਹ ਸੋਝੀ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਿਰ ਜਦੋਂ ਜੀਵ ਨਾਮ ਜਪਣ ਲੱਗ ਪਿਆ ਤਾਂ ਜਪਦਿਆਂ ਜਪਦਿਆਂ ਆਪਣੇ ਮਨ ਦੀ ਸੋਝੀ ਕਿ ਮੇਰਾ ਮਨ ਕੀ ਕਰਦਾ ਫਿਰਦਾ ਹੈ। ਨਹੀਂ ਤਾਂ ਆਮ ਤੌਰ ਤੇ ਤਾਂ ਅਸੀਂ ਇਸ ਮਨ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ, ਸਾਨੂੰ ਪਤਾ ਹੀ ਨਹੀਂ, ਸਾਨੂੰ ਗਿਆਨ ਹੀ ਨਹੀਂ ਕਿ ਸਾਡਾ ਮਨ ਜਿਹੜਾ ਹੈ ਇਹ ਠੀਕ ਸੋਚ ਰਿਹਾ ਕਿ ਗਲਤ ਸੋਚ ਰਿਹਾ। ਮਨ ਟਿਕਾ ਵਿੱਚ ਹੈ ਕਿ ਚੰਚਲਤਾ ਵਿੱਚ ਹੈ, ਸਾਨੂੰ ਸੋਝੀ ਹੀ ਨਹੀਂ। ਇਹ ਸੋਝੀ ਵੀ ਗੁਰੂ ਕੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਜਦੋਂ ਪਤਾ ਲੱਗਾ ਕਿ ਕਿੰਨਾ ਖਿਆਲਾਂ ਵਿੱਚ ਮਨ ਜਿਹੜਾ ਹੈ ਇਹ ਗਲਤ ਤੁਰਿਆ ਫਿਰਦਾ ਹੈ, ਤਾਂ ਗੁਰੂ ਕੀ ਕਿਰਪਾ ਨਾਲ ਫਿਰ ਉਸ ਨੂੰ ਰੋਕਣ ਦਾ ਵੀ ਅਭਿਆਸ ਕੀਤਾ। ਜਦੋਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਹ ਮਨ ਰੁਕ ਗਿਆ, ਠਹਿਰਾਓ ਵਿੱਚ ਆ ਗਿਆ, ਤਾਂ ਅੰਦਰੋਂ ਆਤਮਿਕ ਆਨੰਦ ਦੀ ਸੋਝੀ ਪ੍ਰਾਪਤ ਹੋ ਗਈ। ਸੋ ਆਪੇ ਸੁਰਤ ਬੁਝਾਈ। ਇਹ ਜਿਹੜੀ ਸੁਰਤ ਸੋਝੀ ਹੈ ਨਾ, ਇਹ ਵੀ ਗੁਰੂ ਰੂਪ ਹੋ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪੇ ਹੀ ਬੁਝਾਈ ਹੈ, ਆਪੇ ਹੀ ਇਹਦੀ ਸਮਝ, ਆਪੇ ਸੂਝ ਬੂਝ ਪ੍ਰਾਪਤ ਕਰਾਈ ਹੈ। ਨਾਨਕ ਸਾਹਿਬ ਅਗਮ ਅਗੋਚਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਸਾਹਿਬ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਅਗਮ, ਗਮਤਾ ਤੋਂ ਪਰੇ ਹੈ। ਸੰਸਕ੍ਰਿਤ ਦਾ ਅੱਖਰ ਹੈ ਗਮਯ, ਗਮਯ ਤੋਂ ਭਾਵ ਹੈ ਪਹੁੰਚ। ਅਗਮ, ਪਹੁੰਚ ਤੋਂ ਪਰੇ ਹੈ ਅਕਾਲ ਪੁਰਖ ਵਾਹਿਗੁਰੂ। ਮਨ ਦੀ ਔਰ ਬੁੱਧੀ ਦੀ ਪਹੁੰਚ ਤੋਂ ਪਰੇ ਜੋ ਹੋਵੇ ਉਸ ਨੂੰ ਅਗਮ ਕਿਹਾ ਜਾਂਦਾ ਹੈ। ਨਾ ਤਾਂ ਮਨ ਦੀਆਂ ਕਲਪਨਾਵਾਂ ਦੇ ਨਾਲ ਉਸ ਪਰਮਾਤਮਾ ਦੇ ਅੰਤ ਤੱਕ ਪਹੁੰਚਿਆ ਜਾ ਸਕਦਾ ਹੈ, ਨਾ ਬੁੱਧੀ ਦੇ ਗਿਆਨ ਨਾਲ ਉਸ ਪਰਮਾਤਮਾ ਦਾ ਅੰਤ ਆਪਾਂ ਲੈ ਸਕਦੇ ਹਾਂ। ਇਉਂ ਮਨ ਬੁੱਧੀ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਅਗਮ ਹੈ। ਅਗੋਚਰ ਇੰਦਰੀਆਂ ਦੇ ਅਵਿਸ਼ੇ ਰੂਪ ਹੈ, ਭਾਵ ਪ੍ਰਤੱਖ ਇੰਦਰੀ ਵੀ ਉਸ ਦਾ ਅੰਤ ਨਹੀਂ ਲੈ ਸਕਦੇ। ਜੇ ਮੈਂ ਕਹਾਂ ਕਿ ਰਸਨਾ ਦੇ ਨਾਲ ਪੂਰਨ ਤੌਰ ਤੇ ਉਸ ਦਾ ਵਰਣਨ ਕਰ ਸਕਦਾ ਹਾਂ ਤਾਂ ਇਹ ਗਲਤ ਗੱਲ ਹੈ। ਜੀਭਾ ਥੱਕ ਜਾਵੇਗੀ, ਉਸ ਦਿਆਂ ਗੁਣਾਂ ਦਾ ਪਾਰ ਨਹੀਂ ਆਵੇਗਾ। ਕੰਨਾਂ ਰਾਹੀਂ ਸੁਣ ਕੇ ਵੀ ਉਸ ਪਰਮਾਤਮਾ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਆਹ ਹੱਡ ਚੰਮ ਦੀਆਂ ਅੱਖਾਂ ਉਸ ਦੇ ਸਰੂਪ ਨੂੰ ਤੱਕ ਨਹੀਂ ਸਕਦੀਆਂ, ਉਸ ਦਾ ਅੰਤ ਨਹੀਂ ਲੈ ਸਕਦੀਆਂ।
ਇਸੇ ਤਰ੍ਹਾਂ ਸਰੀਰ ਦੇ ਸਾਰੇ ਇੰਦਰੀਆਂ ਕਰਕੇ ਵੀ ਉਹ ਵਾਹਿਗੁਰੂ ਜਿਹੜਾ ਹੈ ਪਕੜ ਵਿੱਚ ਆਉਣ ਵਾਲਾ ਨਹੀਂ। ਇਹਨੂੰ ਕਹਿੰਦੇ ਨੇ ਅਵਿਸ਼ੇ ਰੂਪ, ਇੰਦਰੀਆਂ ਦੇ ਅਵਿਸ਼ੇ ਰੂਪ। ਤੇ ਇੰਦਰੀਆਂ ਦੇ ਅਵਿਸ਼ੇ ਰੂਪ ਨੂੰ ਕਿਹਾ ਜਾਂਦਾ ਹੈ ਅਗੋਚਰ। ਮਹਾਰਾਜ ਫਰਮਾਨ ਕਰਦੇ ਨੇ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਅਗਮ ਹੈ ਔਰ ਅਗੋਚਰ ਹੈ। ਜੀਵਾ ਸੱਚੀ ਨਾਈ, ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਜਪ ਕੇ ਹੀ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਸੱਚੀ ਵਡਿਆਈ ਕਰਕੇ ਹੀ ਭਾਈ ਆਪਾਂ ਜਿਉਂਦੇ ਹਾਂ। ਤੁਮ ਸਰ ਅਬਰ ਨ ਕੋਏ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਮ ਸਰ, ਸਰ ਦਾ ਭਾਵ ਹੈ ਸਦਰਸ਼, ਸਦਰਸ਼ ਤੋਂ ਭਾਵ ਹੈ ਬਰਾਬਰ। ਤੁਮ ਸਰ ਅਵਰ ਨਾ ਕੋਏ, ਹੇ ਵਾਹਿਗੁਰੂ ਤੇਰੇ ਬਰਾਬਰ ਹੋਰ ਕੋਈ ਨਹੀਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਆਇਆ ਜਾਏ ਸੀ ਜੀਓ, ਤੇਰੇ ਤੋਂ ਬਿਨਾ ਬਾਕੀ ਇਹ ਜਿਹੜਾ ਕੁੱਲ ਸੰਸਾਰ ਹੈ ਨਾ, ਆਇਆ ਜੋ ਕੁਝ ਵੀ ਦੁਨੀਆ ਤੇ ਆਇਆ ਹੈ, ਜਾਇਸੀ ਜੀਓ, ਹੇ ਵਾਹਿਗੁਰੂ ਜੀ ਉਹ ਜਾਵੇਗਾ ਵੀ ਜ਼ਰੂਰ। ਆਉਣਾ ਅਤੇ ਜਾਣਾ ਇਹੀ ਜਗਤ ਦੀ ਅਸਲੀਅਤ ਹੈ। ਇਹ ਦੁਨੀਆ ਆਵਣ ਜਾਣੀਆਂ, ਇਉਂ ਜਿਹੜਾ ਵੀ ਆਇਆ ਹੈ ਉਹ ਚਲਿਆ ਜਾਂਦਾ ਹੈ। ਇਉਂ ਤੇਰੇ ਬਰਾਬਰ ਅਟਲ ਕੋਈ ਵੀ ਨਹੀਂ। ਹੁਕਮੀ ਹੋਏ ਨਿਬੇੜੋ, ਹੇ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਜਿਨ੍ਹਾਂ ਵਡਭਾਗੀ ਜੀਵਾਂ ਦੇ ਲੇਖੇ ਦਾ ਨਿਬੇੜਾ ਹੋ ਜਾਵੇ। ਭਰਮ ਚੁਕਾਏ ਸੀ ਜੀਓ, ਉਹਨਾਂ ਦੇ ਹਿਰਦੇ ਵਿੱਚੋਂ ਸਾਰੇ ਜਿਹੜੇ ਭਰਮ ਭੁਲੇਖੇ ਨੇ ਉਹ ਚੁੱਕੇ ਜਾਂਦੇ, ਖਤਮ ਹੋ ਜਾਂਦੇ ਐ। ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ ਪੰਚੋਂ ਭਰਮ ਸੰਸਾਰ। ਲੰਮੀ ਵਿਆਖਿਆ ਹੈ, ਇਹਨਾਂ ਦੀ ਸਮਾਂ ਨਹੀਂ। ਸੋ ਇਹ 5 ਪ੍ਰਕਾਰ ਦੇ ਭਰਮ ਚੁੱਕੇ ਗਏ, ਉਹਨਾਂ ਦੇ ਭਰਮ ਦੇ ਪਰਦੇ ਉਹਨਾਂ ਦੇ ਖੁੱਲ ਗਏ। ਭਰਮ ਚੁਕਾਏ ਸੀ ਜੀਓ, ਉਹਨਾਂ ਦਾ ਜਿਹੜਾ ਭਰਮਣਾ ਹੈ, ਭਟਕਣਾ ਹੈ, ਉਹ ਚੁੱਕਿਆ ਗਿਆ, ਖਤਮ ਹੋ ਗਿਆ। ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਜਿਨ੍ਹਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਦਾ ਨਿਬੇੜਾ ਆਪ ਜੀ ਨੇ ਕਰ ਦਿੱਤਾ ਤੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਭਰਮ ਚੁਕਾ ਦਿੱਤੇ, ਉਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਕੀ ਕਿਰਪਾ ਦੇ ਨਾਲ ਜੰਮਣ ਮਰਨ ਦੇ ਗੇੜੇ ਤੋਂ ਵੀ ਰਹਿਤ ਹੋ ਗਏ। ਉਹਨਾਂ ਦੇ ਆਵਾਗਮਨ ਦੇ ਚੱਕਰ ਦਾ ਵੀ ਨਿਬੇੜਾ ਹੋ ਗਿਆ। ਗੁਰ ਭਰਮ ਚੁਕਾਏ ਅਕਥ ਕਹਾਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ। ਗੁਰ ਭਰਮ ਚੁਕਾਏ, ਜੋ ਸੱਚਾ ਗੁਰੂ ਹੈ ਉਹ ਜਗਿਆਸੂ ਦੇ ਹਿਰਦੇ ਵਿੱਚੋਂ ਭਰਮਾਂ ਨੂੰ ਮੇਟ ਦਿੰਦਾ ਹੈ, ਭਰਮਾਂ ਨੂੰ ਚੁੱਕ ਦਿੰਦਾ ਹੈ। ਕਿਵੇਂ? ਅਕਥ ਕਹਾਏ, ਉਹ ਅਕਾਲ ਪੁਰਖ ਵਾਹਿਗੁਰੂ ਜੋ ਕਹਿਣ ਕਥਨ ਤੋਂ ਪਰੇ ਹੈ, ਉਸ ਦਾ ਨਾਮ ਸਤਿਗੁਰੂ ਜੀ ਜਪਾਉਂਦੇ ਹੈ, ਉਸ ਦੇ ਗੁਣ ਅਖਵਾਉਂਦੇ ਹੈ। ਇਉਂ ਅਕਥ ਪਰਮਾਤਮਾ ਨੂੰ ਕਹਾ ਕੇ, ਭਾਵ ਵਾਹਿਗੁਰੂ ਕਾ ਨਾਮ ਜਪਾ ਕੇ ਸਾਰੇ ਭਰਮ ਦੇ ਪਰਦੇ ਸਤਿਗੁਰੂ ਜੀ ਨੇ ਖੋਲ ਦਿੱਤੇ। ਸੱਚ ਮਹਿ ਸਾਚ ਸਮਾਣਾ, ਜਦੋਂ ਭਰਮ ਦੇ ਪਰਦੇ ਸਾਰੇ ਸਤਿਗੁਰਾਂ ਨੇ ਚੁਕਾ ਦਿੱਤੇ ਤਾਂ ਅੰਦਰੋਂ ਸੱਚ ਸਰੂਪ ਦੀ ਪ੍ਰਾਪਤੀ ਹੋ ਗਈ। ਮਨ ਸੱਚ ਵਿੱਚ ਜੁੜ ਗਿਆ, ਸੱਚ ਮਹਿ ਸਾਚ ਸਮਾਣਾ। ਸਚਿਆਰ ਹੋ ਕੇ ਗੁਰੂ ਕਾ ਸਿੱਖ ਸੱਚ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਗਿਆ, ਅਭੇਦ ਹੋ ਗਿਆ। ਆਪ ਉਪਾਏ ਆਪ ਸਮਾਏ, ਤਦੋਂ ਗੁਰੂ ਕੇ ਸਿੱਖ ਨੂੰ ਗੁਰੂ ਕੀ ਕਿਰਪਾ ਨਾਲ ਸੋਝੀ ਪੈ ਜਾਂਦੀ ਹੈ ਕਿ ਆਪ ਉਪਾਏ, ਆਪੇ ਵਾਹਿਗੁਰੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ। ਆਪ ਸਮਾਏ, ਆਪੇ ਸਾਰਿਆਂ ਨੂੰ ਆਪਣੇ ਵਿੱਚ ਸਮੋ ਲੈਣ ਵਾਲਾ ਹੈ। ਆਪ ਉਪਾਏ, ਆਪੇ ਹੀ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰਦਾ ਹੈ। ਆਪ ਸਮਾਏ, ਆਪੇ ਹੀ ਉਹਨਾਂ ਦੇ ਹਿਰਦੇ ਵਿੱਚੋਂ ਔਗੁਣਾਂ ਨੂੰ ਸਮਾ ਦਿੰਦਾ, ਭਾਵ ਨਾਸ ਕਰ ਦਿੰਦਾ, ਖਤਮ ਕਰ ਦਿੰਦਾ ਹੈ। ਆਪ ਉਪਾਏ, ਆਪੇ ਹੀ ਆਪਣਾ ਰੂਪ ਪ੍ਰਤੱਖ ਕਰਕੇ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਪ੍ਰਗਟ ਕਰ ਦਿੰਦਾ ਹੈ। ਆਪ ਸਮਾਏ, ਤੇ ਆਪ ਹੀ ਸਦਾ ਇੱਕ ਰਸ ਹੋ ਕੇ, ਜ਼ਾਹਰ ਪ੍ਰਗਟ ਹੋ ਕੇ ਗੁਰਮੁਖਾਂ ਦੇ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ। ਹੁਕਮੀ ਹੁਕਮ ਪਛਾਣਾ, ਇਹ ਕਿਰਪਾ ਉਹਨਾਂ ਤੇ ਹੋਈ ਜਿਨ੍ਹਾਂ ਨੇ ਹੁਕਮ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਹੈ, ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹੇ ਹੈ, ਜਿਨ੍ਹਾਂ ਨੇ ਹੁਕਮ ਨੂੰ ਸੱਤ ਕਰਕੇ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਕੇ ਹੁਕਮ ਦੀ ਪਾਲਣਾ ਕੀਤੀ ਹੈ। ਉਹਨਾਂ ਦੇ ਹਿਰਦੇ ਵਿੱਚ ਕਿਰਪਾ ਕਰਕੇ ਆਪਣਾ ਆਪਾ ਪ੍ਰਮਾਤਮਾ ਸਮਾ ਲੈਂਦਾ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਦੁਨੀਆ ਦੇ ਵਿੱਚ ਮਨੁੱਖ ਅਨੇਕ ਪ੍ਰਕਾਰ ਦੀਆਂ ਵਡਿਆਈਆਂ ਤਾਂ ਹਾਸਲ ਕਰ ਲੈਂਦਾ ਹੈ। ਕੋਈ ਧਨ ਦੌਲਤ ਦੇ ਬਲਬੂਤੇ, ਕੋਈ ਰਾਜ ਭਾਗ ਪਦਵੀ ਦੇ ਆਸਰੇ, ਕੋਈ ਆਪਣੀਆਂ ਦੁਨਿਆਵੀ ਨੇਕੀਆਂ ਚੰਗਿਆਈਆਂ ਦੇ ਸਹਾਰੇ, ਦਾਨ ਪੁੰਨ ਦੇ ਸਹਾਰੇ ਵਡਿਆਈਆਂ ਪ੍ਰਾਪਤ ਕਰ ਲੈਂਦਾ ਹੈ।
ਪਰ ਹਜੂਰ ਫਰਮਾਉਂਦੇ ਨੇ ਕਿ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆ ਨਾਲ। ਇਹ ਦੁਨੀਆ ਦੀਆਂ ਵਡਿਆਈਆਂ ਤਾਂ ਨਾਸ ਹੋ ਜਾਣ ਵਾਲੀਆਂ, ਸਾੜ ਦੇ ਉਪਰੇ ਅੱਗ ਵਿੱਚ ਕੀ ਕਰਨੀਆਂ ਨੇ। ਇਹਨਾਂ ਸੜੀਆਂ ਬਲੀਆਂ ਭੈੜੀਆਂ ਨੇ ਪ੍ਰਮਾਤਮਾ ਦਾ ਨਾਮ ਭੁਲਾ ਛੱਡਿਆ ਤੇ ਜਦੋਂ ਜੀਵ ਦਾ ਸੰਸਾਰ ਤੋਂ ਚਲਾਣਾ ਹੋਇਆ ਤਾਂ ਇੱਕ ਵੀ ਨਾਲ ਨਹੀਂ ਚੱਲੀ। ਦੁਨੀਆ ਕੀਆਂ ਵਡਿਆਈਆਂ ਕਵਨੈ ਆਵਹਿ ਕਾਮ, ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੰਦਾਨ। ਇਉਂ ਦੁਨੀਆ ਦੀਆਂ ਕੁੱਲ ਵਡਿਆਈਆਂ ਝੂਠੀਆਂ। ਸੱਚੀ ਵਡਿਆਈ ਕੀ ਹੈ? ਅਕਾਲ ਪੁਰਖ ਵਾਹਿਗੁਰੂ ਕੇ ਸਰੂਪ ਦਾ ਹਿਰਦੇ ਵਿੱਚ ਸਾਖਿਆਤ ਹੋ ਜਾਣਾ, ਗੁਰ ਚਰਨਾਂ ਦੇ ਨਾਲ ਮਨ ਦਾ ਜੁੜ ਜਾਣਾ, ਵਾਹਿਗੁਰੂ ਕੇ ਸਰੂਪ ਦਾ ਹਿਰਦੇ ਵਿੱਚੋਂ ਪ੍ਰਗਟ ਹੋ ਜਾਣਾ, ਆਤਮਾ ਦਾ ਪਰਮਾਤਮਾ ਦੇ ਰੂਪ ਵਿੱਚ ਸਮਾ ਜਾਣਾ। ਇਹ ਲੋਕ ਪਰਲੋਕ ਵਿੱਚ ਸੱਚੀ ਵਡਿਆਈ ਹੈ। ਤੇ ਵੱਡਿਆਂ ਭਾਗਾਂ ਵਾਲਿਆਂ ਨੇ ਇਹ ਸੱਚੀ ਵਡਿਆਈ ਸਤਿਗੁਰੂ ਗਰੀਬ ਨਿਵਾਜ ਜੀ ਤੋਂ ਪ੍ਰਾਪਤ ਕੀਤੀ ਹੈ। ਤੂੰ ਮਨ ਅੰਤ ਸਖਾਈ। ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਤੇਰੇ ਨਾਮ ਜਪਣ ਵਾਲੀ ਸੱਚੀ ਵਡਿਆਈ ਗੁਰੂ ਤੋਂ ਪ੍ਰਾਪਤ ਕੀਤੀ ਹੈ ਨਾ, ਤੂੰ ਮਨ ਅੰਤ ਸਖਾਈ। ਉਹਨਾਂ ਦੇ ਮਨ ਭਾਵ ਜੀਵ ਆਤਮਾ ਦਾ ਤੂੰ ਅੰਤ ਵੇਲੇ ਵੀ ਸਖਾ ਮਿੱਤਰ ਬਣ ਕੇ ਸਹਾਇਕ ਬਣਿਆ ਹੈ। ਨਾਨਕ ਸਾਹਿਬ ਅਵਰ ਨਾ ਦੂਜਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਹੇ ਵਾਹਿਗੁਰੂ, ਤੇਰੇ ਬਿਨਾ ਕੋਈ ਹੋਰ ਦੂਜਾ ਸਾਡਾ ਸਾਹਿਬ ਨਹੀਂ, ਸਾਡਾ ਮਾਲਕ ਨਹੀਂ। ਨਾਮ ਤੇਰਾ ਵਡਿਆਈ। ਤੇਰੇ ਨਾਮ ਨੂੰ ਹੀ ਜਪ ਕੇ ਲੋਕ ਪਰਲੋਕ ਦੀ ਵਡਿਆਈ ਆਪਾਂ ਨੂੰ ਪ੍ਰਾਪਤ ਹੋਈ ਹੈ। ਤੂੰ ਸੱਚਾ ਸਿਰਜਣਹਾਰ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦੀਵੀ ਸੱਚ ਹੈ, ਇੱਕ ਰਸ ਰਹਿਣ ਵਾਲਾ ਹੈ, ਸਿਰਜਣਹਾਰ, ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਹੈ। ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਜੀਵਾਂ ਦੀ ਸਿਰਜਣਾ ਕਰਨ ਵਾਲਾ ਤੂੰ ਸੱਚਾ ਹੈ ਸਿਰਜਣਹਾਰ। ਕਿਉਂਕਿ ਸਾਧ ਸੰਗਤ ਜੀ, ਦੁਨੀਆ ਤੇ ਮਨੁੱਖ ਵੀ ਕੋਈ ਨਾ ਕੋਈ ਆਪਣੀ ਕਲਾ ਕਿਰਤੀ ਸਿਰਜਦਾ ਹੈ। ਆ ਸਾਡੇ ਘਰਾਂ ਦੇ ਵਿੱਚ ਜਿਹੜਾ ਸਾਜੋ ਸਮਾਨ ਅਸੀਂ ਵਰਤਦੇ ਹਾਂ, ਆਖਰ ਕਿਸੇ ਮਨੁੱਖ ਨੇ ਬਣਾਇਆ ਨਾ। ਇਸ ਨੂੰ ਸਮਾਨ ਨੂੰ ਬਣਾਉਣ ਵਾਲੀਆਂ ਮਸ਼ੀਨਾਂ ਵੀ ਮਨੁੱਖ ਨੇ ਬਣਾਈਆਂ। ਇਉਂ ਮਨੁੱਖ ਉਹਨਾਂ ਚੀਜ਼ਾਂ ਦਾ ਸਿਰਜਣਹਾਰ ਹੈ। ਪਰ ਜਦੋਂ ਇਹ ਸੰਸਾਰ ਤੋਂ ਚਾਲੇ ਪਾ ਜਾਵੇਗਾ, ਇਹਦੀ ਕਲਾਕਿਰਤੀ ਵੀ ਜਿਹੜੀ ਹੈ ਕੁਝ ਦੇਰ ਰਹਿਣ ਤੋਂ ਬਾਅਦ ਖਤਮ ਹੋ ਜਾਵੇਗੀ, ਫਿਰ ਇਹ ਕੁਝ ਵੀ ਸਿਰਜਣਾ ਨਹੀਂ ਕਰ ਸਕੇਗਾ। ਪਰ ਪ੍ਰਮਾਤਮਾ ਤਾਂ ਸਦਾ ਇੱਕ ਰਸ ਰਹਿਣ ਵਾਲਾ ਹੈ ਨਾ, ਉਹਨੇ ਤਾਂ ਕਦੇ ਖਤਮ ਹੋਣਾ ਹੀ ਨਹੀਂ। ਨਾ ਉਹ ਮਰਿਆ ਨਾ ਹੋਵੇ ਸੋਗ। ਇਸ ਲਈ ਉਹ ਸਭ ਦੀ ਸਿਰਜਣਾ ਕਰਦਾ ਆ ਰਿਹਾ, ਕਰ ਰਿਹਾ ਤੇ ਕਰਦਾ ਰਹੇਗਾ। ਸੋ ਇਸ ਲਈ ਸੱਚਾ ਸਿਰਜਣਹਾਰ ਕਿਹਾ ਕਿ ਵਾਹਿਗੁਰੂ ਤੂੰ ਸੱਚਾ ਸਿਰਜਣਹਾਰ ਹੈ। ਅਲਖ ਸਿਰੰਦਿਆ ਜੀਓ। ਅਲਖ ਲਖੇ ਜਾਣ ਤੋਂ ਰਹਿਤ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਸ਼ਕਤੀ ਬਿਰਤੀ ਕਰਕੇ ਜਾਣਿਆ ਨਹੀਂ ਜਾ ਸਕਦਾ। ਸਰੰਦਾ ਦਾ ਭਾਵ ਵੀ ਸਿਰਜਣਹਾਰਾ ਹੀ ਹੈ। ਅਲਖ ਸਰੰਦਿਆ ਜੀਓ। ਹੇ ਸਿਰਜਣਹਾਰੇ ਅਕਾਲ ਪੁਰਖ ਵਾਹਿਗੁਰੂ, ਤੂੰ ਅਲਖ ਰੂਪ ਹੈ। ਏਕੋ ਸਾਹਿਬ ਦੋਇ ਰਾਹਾ। ਏਕ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ, ਤੂੰ ਆਪ ਤਾਂ ਇੱਕੋ ਇੱਕ ਹੈ, ਪਰ ਇਸ ਸੰਸਾਰ ਵਿੱਚ ਦੋ ਰਾਹ ਚਲਾਏ ਨੇ। ਇੱਕ ਰਾਹ ਹੈ ਸਾਧ ਸੰਗਤ ਜੀ ਨਿਰਵਿਰਤੀ ਦਾ, ਇੱਕ ਹੈ ਪ੍ਰਵਿਰਤੀ ਦਾ। ਪ੍ਰਵਿਰਤੀ ਦੇ ਪੱਖ ਵਿੱਚ ਆਪਾਂ ਸਾਰੇ ਪਏ ਹੋਏ ਆ। ਸਰੀਰ ਦੀ ਪਕੜ, ਧਨ ਦੌਲਤ ਦੀ ਪਕੜ, ਆਪਣੇ ਸੰਬੰਧੀਆਂ ਦਾ ਮੋਹ, ਜਾਇਦਾਦਾਂ ਦਾ ਮੋਹ, ਦੁਨੀਆ ਦੇ ਤਰ੍ਹਾਂ ਦੇ ਕੰਮਾਂ ਕਾਜਾਂ ਦੇ ਵਿੱਚ ਚਿੱਤ ਦੀ ਸੁਰਤ ਦਾ ਟਿਕਾਓ, ਔਰ ਇਸ ਪ੍ਰਕਾਰ ਦੁਨੀਆਦਾਰੀ ਦੇ ਵਿੱਚ ਮਨ ਹਰ ਵੇਲੇ ਲੱਗੇ ਰਹਿਣਾ, ਇਹ ਪ੍ਰਵਿਰਤੀ ਪੱਖ ਹੈ। ਇਸ ਪ੍ਰਵਿਰਤੀ ਪੱਖ ਨੂੰ ਤਿਆਗ ਕੇ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਆਪਣਾ ਚਿੱਤ ਜੋੜਨਾ, ਇਹ ਨਿਰਵਿਰਤੀ ਹੈ। ਇਉਂ ਦੋ ਰਾਹ ਚਲਾਏ ਨੇ। ਜਿਹੜਾ ਪ੍ਰਵਿਰਤੀ ਪੱਖ ਹੈ ਇਹ ਮਾਇਕੀ ਹੈ, ਜਿਹੜਾ ਨਿਰਵਿਰਤੀ ਪੱਖ ਹੈ ਇਹ ਆਤਮਿਕ ਹੈ, ਭਗਤੀ ਦਾ ਪੱਖ ਹੈ। ਇਉਂ ਭਗਤੀ ਦਾ ਤੇ ਮਾਇਆ ਦਾ ਦੋ ਰਾਹ ਚਲਾਏ ਨੇ। ਇਸ ਨੂੰ ਗੁਰਬਾਣੀ ਵਿੱਚ ਸਿਵ ਅਤੇ ਸਖਤ ਵੀ ਕਿਹਾ ਹੈ। ਸਿਵ ਸਖਤ ਆਪ ਉਪਾਇ ਕੈ ਕਰਤਾ, ਆਪੇ ਹੁਕਮ ਵਰਤਾਏ। ਸਿਵ ਕਲਿਆਣ ਰੂਪ ਅਕਾਲ ਪੁਰਖ ਵਾਹਿਗੁਰੂ ਆਪ, ਤੇ ਸ਼ਕਤੀ ਭਾਵ ਉਸ ਦੀ ਸ਼ਕਤੀ ਜਿਸ ਨੂੰ ਮਾਇਆ ਕਿਹਾ ਜਾਂਦਾ ਹੈ, ਮਾਇਆ ਦਾ ਪਸਾਰਾ ਇਹ ਜਗਤ। ਇਉਂ ਦੋ ਰਾਹ ਜਿਹੜੇ ਨੇ ਇਹ ਸੰਸਾਰ ਵਿੱਚ ਹਨ। ਬਾਦ ਬਦੰਦਿਆ ਜੀਓ। ਤੇ ਇਹਨਾਂ ਦਾ ਝਗੜਾ ਜਿਹੜਾ ਵਧਿਆ ਹੋਇਆ ਹੈ ਸੰਸਾਰ ਦੇ ਵਿੱਚ, ਮਨੁੱਖ ਦੇ ਮਨ ਵਿੱਚ ਝਗੜਾ ਪਿਆ ਹੈ ਕਿ ਨਿਰਵਿਰਤੀ ਵਿੱਚ ਪਵਾਂ ਕਿ ਪ੍ਰਵਿਰਤੀ ਵਿੱਚ। ਪ੍ਰਵਿਰਤੀ ਛੱਡਣੀ ਔਖੀ ਹੈ, ਨਿਰਵਿਰਤ ਹੋਣਾ ਬਹੁਤ ਔਖਾ ਹੈ।
ਔਰ ਇਸ ਪ੍ਰਕਾਰ ਭਗਤੀ ਦਾ ਮਾਰਗ ਜਿਹੜਾ ਇਹ ਔਖਾ ਹੈ, ਮਾਇਆ ਦਾ ਮੋਹ ਛੱਡਣਾ ਔਖਾ ਹੈ। ਇਉਂ ਝਗੜਿਆਂ ਦੇ ਵਿੱਚ ਹੀ ਜੀਵ ਪਏ ਹੋਏ ਨੇ। ਦੋਏ ਰਾਹ ਚਲਾਏ ਹੁਕਮ ਸਬਾਏ। ਦੋ ਰਾਹ ਇਹ ਪ੍ਰਮਾਤਮਾ ਨੇ ਚਲਾਏ ਹੋਏ ਨੇ, ਨਿਰਵਿਰਤੀ ਔਰ ਪ੍ਰਵਿਰਤੀ, ਭਗਤੀ ਔਰ ਮਾਇਆ, ਸੇਵ ਔਰ ਸ਼ਕਤੀ, ਦੁੱਖ ਅਤੇ ਸੁਖ। ਇਸ ਪ੍ਰਕਾਰ ਇਹ ਜੋ ਦੋ ਰਾਹ ਚਲਾਏ ਹੈ, ਹਰਖ ਅਤੇ ਸੋਗ, ਖੁਸ਼ੀ ਅਤੇ ਗਮੀ, ਹਰ ਪਾਸੇ ਦਵੰਦਵਾਦ ਹੈ। ਹੁਕਮ ਸਬਾਏ, ਇਹ ਸਾਰੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹਨ। ਜਨਮ ਮੁਆ ਸੰਸਾਰਾ, ਤੇ ਇਸ ਦਵੰਦਵਾਦ ਵਿੱਚ, ਇਸ ਦੁਬਿਧਾ ਵਿੱਚ, ਇਸ ਦਵੈਤ ਭਾਵਨਾ ਵਿੱਚ ਪੈ ਕੇ ਜਨਮ ਮੁਆ ਸੰਸਾਰਾ, ਸਾਰਾ ਸੰਸਾਰ ਹੀ ਜਨਮ ਮਰਨ ਦੇ ਗੇੜੇ ਵਿੱਚ ਪਿਆ ਰਹਿੰਦਾ ਹੈ। ਇਹ ਵੀ ਦੋ ਰਾਹ ਨੇ, ਇੱਕ ਜੰਮਣਾ ਹੈ, ਇੱਕ ਮਰਨਾ ਹੈ। ਸੋ ਇਸ ਪ੍ਰਕਾਰ ਸੰਸਾਰ ਸਾਰਾ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਨਾਮ ਬਿਨਾ ਨਾਹੀ ਕੋ ਬੇਲੀ। ਪਰ ਭਾਈ ਇਹ ਗੱਲ ਦਾ ਖਿਆਲ ਰਹੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਜੀਵ ਦਾ ਕੋਈ ਵੀ ਬੇਲੀ ਨਹੀਂ, ਕੋਈ ਵੀ ਮਿੱਤਰ ਨਹੀਂ। ਵਾਹਿਗੁਰੂ ਦਾ ਨਾਮ ਹੀ ਹੈ ਜੋ ਲੋਕ ਪਰਲੋਕ ਨਾਲ ਨਿਭਣ ਵਾਲਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਪ੍ਰਮਾਤਮਾ ਦਾ ਨਾਮ ਹੀ ਅੰਤ ਵੇਲੇ ਦਾ ਮਦਦਗਾਰ ਹੈ। ਨਾਮ ਤੋਂ ਬਿਨਾਂ ਲੋਕ ਪਰਲੋਕ ਵਿੱਚ ਕੋਈ ਵੀ ਬੇਲੀ ਨਹੀਂ, ਕੋਈ ਮਿੱਤਰ ਨਹੀਂ, ਕੋਈ ਸੱਜਣ ਨਹੀਂ। ਵੇਖੋ ਲਾਦੀ ਸਿਰ ਭਾਰਾ। ਪਰ ਦਵੰਦਵਾਦ ਵਿੱਚ ਪਏ ਹੋਏ ਜੀਵ ਨੇ, ਪ੍ਰਵਿਰਤੀ ਵਿੱਚ ਫਸੇ ਹੋਏ ਜੀਵ ਨੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਵੇਖ ਲਾਦੀ। ਜ਼ਹਿਰ ਹੀ ਜ਼ਹਿਰ ਲੱਦ ਲਈ ਹੈ ਆਪਣੇ ਹਿਰਦੇ ਦੀ ਗੰਢ ਦੇ ਵਿੱਚ। ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਹੈ, ਈਰਖਾ ਦੀ ਜ਼ਹਿਰ ਹੈ, ਦੂਈ ਦਵੈਤ ਦੀ ਜ਼ਹਿਰ ਹੈ, ਔਗਣਾ ਵਿਕਾਰਾਂ ਦੀ ਜ਼ਹਿਰ ਇਹੀ ਲੱਦੀ ਹੈ। ਤੇ ਇਸ ਜ਼ਹਿਰ ਦਾ ਹੀ ਆਪਣੇ ਸਿਰ ਉੱਪਰ ਮਾਨੋ ਭਾਰ ਚੁੱਕਿਆ ਹੋਇਆ ਹੈ। ਹੁਕਮੀ ਆਇਆ ਹੁਕਮ ਨਾ ਬੂਝੈ। ਦੇਖੋ ਭਾਈ, ਹੁਕਮੀ ਆਇਆ, ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਇਹ ਜੀਵ ਸੰਸਾਰ ਵਿੱਚ ਆਇਆ ਹੈ ਤੇ ਹੁਕਮ ਦੇ ਨਾਲ ਚਲਿਆ ਵੀ ਜਾਣਾ, ਪਰ ਹੁਕਮ ਨਾ ਬੂਝੈ। ਜਿਉਂਦਿਆਂ ਹੋਇਆਂ ਵਾਹਿਗੁਰੂ ਕੇ ਹੁਕਮ ਨੂੰ ਹੀ ਬੁੱਝਦਾ ਨਹੀਂ, ਪਛਾਣਦਾ ਨਹੀਂ, ਜਾਣਦਾ ਨਹੀਂ, ਗੁਰੂ ਕੇ ਹੁਕਮ ਦੀ ਪਾਲਣਾ ਨਹੀਂ ਕਰਦਾ। ਹੁਕਮ ਦੇ ਵਿੱਚ ਹੀ ਆਇਆ ਹੈ ਪਰ ਤਾਂ ਵੀ ਪ੍ਰਮਾਤਮਾ ਦੇ ਹੁਕਮ ਨੂੰ ਸਮਝਦਾ ਨਹੀਂ ਹੈ। ਹੁਕਮ ਸਵਾਰਨ ਹਾਰਾ। ਇਸ ਗੱਲ ਦਾ ਖਿਆਲ ਹੀ ਨਹੀਂ ਕਰਦਾ ਕਿ ਗੁਰੂ ਕਾ ਹੁਕਮ ਜਿਹੜਾ ਹੈ ਇਹੀ ਮੇਰੇ ਜੀਵਨ ਨੂੰ ਸਵਾਰ ਦੇਣ ਵਾਲਾ ਹੈ। ਗੁਰੂ ਕਾ ਹੁਕਮ ਮੰਨ ਕੇ ਹੀ ਮੇਰੇ ਜੀਵਨ ਚੋਂ ਔਗਣ ਮਿਟਣਗੇ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋਵੇਗੀ, ਜੀਵਨ ਸਵਰ ਜਾਵੇਗਾ, ਸਫਲਾ ਹੋ ਜਾਵੇਗਾ। ਇਸ ਗੱਲ ਨੂੰ ਇਹ ਜੀਵ ਸਮਝ ਹੀ ਨਹੀਂ ਰਿਹਾ। ਨਾਨਕ ਸਾਹਿਬ ਸ਼ਬਦ ਸਿਆਪੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਭਾਈ ਉਹ ਸਾਹਿਬ ਜੋ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਸ਼ਬਦ ਸਿਆਪੈ। ਉਹ ਗੁਰੂ ਕੇ ਸ਼ਬਦ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਸਿਆਣਿਆ ਜਾਂਦਾ ਹੈ। ਉਸ ਦੀ ਜਾਣ ਪਛਾਣ ਗੁਰੂ ਕੀ ਕਿਰਪਾ ਨਾਲ, ਗੁਰੂ ਕੇ ਉਪਦੇਸ਼ ਰਾਹੀਂ ਹੀ ਹੁੰਦੀ ਹੈ। ਸਾਚਾ ਸਿਰਜਣਹਾਰਾ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਸਿਰਜਣਹਾਰਾ, ਸਭਨਾਂ ਦੀ ਸਿਰਜਣਾ ਕਰਨ ਵਾਲਾ ਹੈ। ਭਗਤ ਸੋਹੈ ਦਰਬਾਰ। ਜਿਹੜੇ ਉਸ ਅਕਾਲ ਪੁਰਖ ਦੇ ਭਗਤ ਬਣੇ, ਜੋ ਸਿਮਰਨ ਕਰਦੇ, ਭਗਤੀ ਕਰਦੇ, ਬੰਦਗੀ ਕਰਦੇ ਨੇ, ਉਹ ਉਸ ਵਾਹਿਗੁਰੂ ਦੇ ਸਤ ਸੰਗਤ ਰੂਪੀ ਦਰਬਾਰ ਵਿੱਚ, ਉਸ ਦੇ ਸੱਚਖੰਡ ਰੂਪੀ ਦਰਬਾਰ ਵਿੱਚ ਸੋਭਾ ਪਾਉਂਦੇ ਹਨ। ਸ਼ਬਦ ਸੁਹਾਇਆ ਜੀਓ। ਕਿਉਂਕਿ ਉਹ ਪ੍ਰਮਾਤਮਾ ਦੇ ਪਿਆਰੇ ਭਗਤ ਗੁਰੂ ਕੇ ਸ਼ਬਦ, ਗੁਰੂ ਕੇ ਉਪਦੇਸ਼ ਦੀ ਕਮਾਈ ਕਰਕੇ ਸ਼ਬਦ ਦੁਆਰਾ ਸੋਭਨੀਕ ਹੋਏ ਹਨ। ਬੋਲਾ ਹੈ ਅੰਮ੍ਰਿਤ ਬਾਣ। ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਗੁਰਮੁਖ ਜਨ ਬੋਲੇ ਹੈ ਅੰਮ੍ਰਿਤ ਬਾਣ। ਗੁਰੂ ਕੀ ਅੰਮ੍ਰਿਤ ਬਾਣੀ ਬੋਲਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਬਾਣੀ ਨੂੰ ਜਪਦੇ ਨੇ। ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲੀ ਗੁਰੂ ਕੀ ਬਾਣੀ। ਸੋ ਅੰਮ੍ਰਿਤ ਰੂਪੀ ਮਿੱਠੇ ਬਚਨ ਹੀ ਬੋਲਦੇ ਹਨ ਰਸਨਾ ਤੋਂ। ਰਸਨ ਰਸਾਇਆ ਜੀਓ। ਇਉਂ ਗੁਰਮੁਖਾਂ ਦੀ ਜਿਹੜੀ ਰਸਨਾ ਹੈ ਉਸ ਨੂੰ ਰਸ ਆ ਗਿਆ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਦੁਨੀਆ ਦੇ ਅਨੇਕ ਪ੍ਰਕਾਰ ਦੇ ਰਸ ਸਵਾਦ ਜਦੋਂ ਉਹਨਾਂ ਵੱਲੋਂ ਮੂੰਹ ਮੋੜ ਲਿਆ, ਉਹ ਛੱਡ ਦਿੱਤੇ ਤਾਂ ਵਾਹਿਗੁਰੂ ਕੇ ਨਾਮ ਦਾ ਰਸ ਆ ਗਿਆ।
ਜਦੋਂ ਨਾਮ ਦੇ ਰਸ ਦਾ ਸਵਾਦ ਆ ਗਿਆ ਤਾਂ ਇੰਨਾ ਆਨੰਦ ਕਿ ਦੁਨੀਆ ਦੇ ਬਾਕੀ ਰਸ ਜਿਹੜੇ ਨੇ ਉਹ ਨਹੀਂ ਹੁਣ ਚੰਗੇ ਲੱਗਦੇ। ਇਉਂ ਗੁਰਮੁਖਾਂ ਦੀ ਰਸਨਾ ਰਸ ਗਈ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ। ਰਸਨ ਰਸਾਏ ਨਾਮ ਤਿਸਾਏ। ਰਸਨ ਰਸਾਏ, ਰਸਨਾ ਦਾ ਰਸ ਲੈ ਲੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਗੁਰਮੁਖ ਪਿਆਰੇ। ਨਾਮ ਤਿਸਾਏ, ਨਾਮ ਦੇ ਹੀ ਹਰ ਵਕਤ ਤਿਹਾਏ ਰਹਿੰਦੇ ਨੇ। ਹੋਰ ਨਾਮ ਜਪਣ ਦੀ ਮਨ ਦੀ ਭਾਵਨਾ ਬਣੀ ਰਹਿੰਦੀ ਹੈ। ਨਾਮ ਜਪਣ ਦੀ ਹੀ ਪਿਆਸ ਮਨ ਅੰਦਰ ਹਮੇਸ਼ਾ ਲੱਗੀ ਰਹਿੰਦੀ ਹੈ। ਗੁਰ ਕੈ ਸ਼ਬਦ ਵੇਕਾਣੇ। ਇਉਂ ਗੁਰਮੁਖ ਪਿਆਰੇ ਭਗਤ ਜਨ ਗੁਰੂ ਕੇ ਸ਼ਬਦ ਵਿੱਚ ਹੀ ਵਿਕ ਗਏ ਗੁਰੂ ਕੇ ਸ਼ਬਦ ਦੇ ਉੱਪਰੋਂ। ਆਪਣਾ ਆਪਾ ਗੁਰੂ ਕੇ ਸ਼ਬਦ ਦੇ ਉੱਪਰੋਂ ਘੋਲ ਘੁਮਾਈ ਵੰਨੇ ਕਰ ਦਿੱਤਾ। ਪਾਰਸ ਪਰਸੈ ਪਾਰਸ ਹੋਏ। ਪਾਰਸ ਨੂੰ ਪਰਸ ਕੇ ਪਾਰਸ ਰੂਪ ਹੀ ਹੋ ਗਏ। ਜਾ ਤੇਰਾ ਮਨ ਭਾਣੇ। ਜਦੋਂ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਭਗਤ ਤੇਰੇ ਮਨ ਨੂੰ ਭਾ ਗਏ, ਜਦੋਂ ਤੈਨੂੰ ਚੰਗੇ ਲੱਗੇ, ਤੇਰੀ ਪ੍ਰਸੰਨਤਾ ਪ੍ਰਾਪਤ ਕਰ ਲਈ, ਤੂੰ ਆਪ ਪਾਰਸ ਰੂਪ ਹੈ। ਤੇਰੇ ਸਪਰਸ਼ ਨਾਲ ਤੇਰੇ ਚਰਣੀ ਲੱਗ ਕੇ ਤੇਰੇ ਪਿਆਰੇ ਵੀ ਪਾਰਸ ਰੂਪ ਹੋ ਗਏ। ਪਾਰਸ ਇੱਕ ਪੱਥਰ ਦੀ ਵੱਟੀ ਮੰਨੀ ਜਾਂਦੀ ਹੈ, ਜਿਸ ਦੇ ਬਾਰੇ ਗ੍ਰੰਥਾਂ ਦਾ ਵਰਣਨ ਹੈ ਕਿ ਲੋਹਾ ਇਤਿਆਦਿਕ 8 ਧਾਤਾਂ ਦੇ ਛੋਹਣ ਨਾਲ ਉਹਨਾਂ ਨੂੰ ਸੋਨਾ ਬਣਾ ਦਿੰਦੀ ਹੈ। ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ, ਵਹਿ ਲੋਹਾ ਕੰਚਨ ਕਰੈ ਵਹਿ ਕਰੈ ਆਪ ਸਮਾਨ। ਪਾਰਸ ਨੂੰ ਤਾਂ ਪ੍ਰਮਾਤਮਾ ਨੇ ਇੰਨੀ ਕੁ ਸਮਰੱਥਾ ਦਿੱਤੀ ਹੈ ਕਿ ਲੋਹੇ ਨੂੰ ਆਪਣੀ ਛੋਹ ਦੇ ਕੇ ਸੋਨਾ ਬਣਾ ਦਿੰਦਾ ਹੈ, ਪਰ ਉਹ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਗੁਰੂ ਕੇ ਪਿਆਰੇ ਸਾਜੇ ਨਵਾਜੇ ਸੰਤ ਜਨ, ਉਹਨਾਂ ਦਾ ਪਾਰਸ ਨਾਲੋਂ ਇਹ ਵੱਡਾ ਫਰਕ ਹੈ ਕਿ ਉਹ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਧੰਨ ਸਤਿਗੁਰੂ ਨਾਨਕ ਦੇਵ ਜੀ ਕੇ ਚਰਣੀ ਲੱਗੇ ਭਾਈ ਲਹਿਣਾ ਜੀ, ਪਾਰਸ ਰੂਪ ਗੁਰੂ ਕੇ ਚਰਣੀ ਲੱਗ ਕੇ ਭਾਈ ਲਹਿਣਾ ਜੀ ਪਾਰਸ ਰੂਪ ਹੀ ਹੋ ਗਏ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਗਏ। ਸੋ 10 ਪਾਤਸ਼ਾਹੀਆਂ ਵਿੱਚ ਇਸੇ ਤਰ੍ਹਾਂ ਹੀ ਇਹ ਕੌਤਕ ਵਰਤਦੇ ਨੇ। ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਸਤਿਗੁਰਾਂ ਨੇ ਲਾਇਆ, ਬੇਅੰਤ ਐਸੇ ਗੁਰਸਿੱਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਪਾਰੋ ਜੀ ਵਰਗੇ, ਕਿੰਨਿਆਂ ਦੀ ਗਿਣਤੀ ਕੀਤੀ ਜਾਵੇ। ਸਤਿਗੁਰੂ ਨੇ ਸ਼ੁਭ ਗੁਣਾਂ ਦੇ ਰੂਪ ਵਿੱਚ ਆਪਣਾ ਰੂਪ ਹੀ ਬਣਾ ਲਏ। ਅਗਾਂਹ ਉਹਨਾਂ ਦੇ ਵੀ ਚਰਣੀ ਜਿਹੜੇ ਲੱਗੇ, ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਵਰਗਾ ਬਣਾ ਲਿਆ। ਇਉਂ ਵਾਹਿਗੁਰੂ ਜਿਹੜੇ ਗੁਰਮੁਖ ਪਿਆਰੇ ਤੇਰੇ ਮਨ ਨੂੰ ਭਗਤ ਜਨ ਭਾ ਗਏ, ਤੇਰੇ ਪਾਰਸ ਰੂਪ ਨੂੰ ਪਰਸ ਕੇ ਉਹ ਵੀ ਪਾਰਸ ਹੀ ਹੋ ਗਏ। ਅਮਰਾ ਪਦ ਪਾਇਆ ਆਪ ਗਵਾਇਆ। ਤਿੰਨਾਂ ਗੁਰਮੁਖਾਂ ਪਿਆਰਿਆਂ ਨੇ ਆਪਾ ਭਾਵ ਗਵਾ ਦਿੱਤਾ, ਆਪਣੀ ਹੰਗਤਾ ਹਉਮੈ ਨੂੰ ਮੇਟ ਦਿੱਤਾ। ਆਪ ਨਿਮਾਣੇ ਹੋ ਕੇ ਰਹੇ, ਉਹਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲਿਆ। ਅਮਰ ਪਦਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋਣ ਵਾਲਾ, ਸਦੀਵੀ ਰਹਿਣ ਵਾਲਾ ਆਨੰਦ, ਇਸ ਨੂੰ ਪ੍ਰਾਪਤ ਕਰ ਲਿਆ ਹੈ। ਬਿਰਲਾ ਗਿਆਨ ਵਿਚਾਰੀ। ਪਰ ਭਾਈ ਇਹ ਬਖਸ਼ਿਸ਼ ਪ੍ਰਾਪਤ ਕਰਨ ਵਾਲਾ, ਵਾਹਿਗੁਰੂ ਕੇ ਆਤਮਿਕ ਗਿਆਨ ਦੀ ਵਿਚਾਰ ਕਰਨ ਵਾਲਾ ਵਿਚਾਰਵਾਨ ਕੋਈ ਵਿਰਲਾ ਵਿਰਲਾ ਹੁੰਦਾ ਹੈ। ਨਾਨਕ ਭਗਤ ਸੋਹਣ ਦਰ ਸਾਚੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਦਰ ਉੱਪਰ ਪ੍ਰਮਾਤਮਾ ਦੇ ਪਿਆਰੇ ਭਗਤ ਸੋਭਾ ਪਾਉਂਦੇ ਹਨ। ਸਾਚੇ ਕੇ ਵਾਪਾਰੀ। ਜੋ ਸੱਚ ਦੇ ਵਪਾਰੀ ਬਣੇ ਨੇ, ਸੱਚ ਦੇ ਵਪਾਰੀ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕੀਤਾ, ਜਿਸ ਬਾਰੇ ਸਤਿਗੁਰਾਂ ਨੇ ਇਹ ਪ੍ਰੇਰਣਾ ਦਿੱਤੀ ਸੀ ਕਿ ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਭੈ ਖੇਪ ਤੁਮਾਰੀ। ਉਹ ਸੱਚ ਦਾ ਵਪਾਰ ਕੀ ਹੈ ਕਿ ਗੁਰੂ ਰੂਪੀ ਸ਼ਾਹੂਕਾਰ ਦੇ ਕੋਲ ਸਤ ਸੰਗਤ ਰੂਪੀ ਹੱਟ ਵਿੱਚ ਆ ਕੇ ਆਪਣੇ ਔਗਣ ਵੇਚ ਦੇਣੇ ਤੇ ਗੁਰੂ ਕੋਲੋਂ ਸ਼ੁਭ ਗੁਣ ਹਾਸਲ ਕਰ ਲੈਣੇ। ਆਪਣਾ ਮਨ ਵੇਚੈ ਸਤਿਗੁਰ ਕੈ ਪਾਸ, ਮਨ ਨੂੰ ਗੁਰੂ ਕੇ ਪਾਸ ਵੇਚ ਕੇ ਨਾਮ ਦੀ ਦਾਤ ਗੁਰੂ ਪਾਸੋਂ ਖੱਟ ਲੈਣੀ, ਨਾਮ ਦਾ ਧਨ ਖੱਟ ਲੈਣਾ। ਇਹ ਸੱਚ ਦਾ ਵਪਾਰ ਹੈ। ਜਿਹੜੇ ਸੱਚੇ ਦੇ ਵਪਾਰੀ ਬਣੇ, ਉਹ ਵਾਹਿਗੁਰੂ ਦੇ ਸੱਚੇ ਦਰ ਉੱਪਰ ਸੋਭਾ ਪਾਉਂਦੇ ਨੇ। ਭੂਖ ਪਿਆਸੋ ਆਥ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੀ ਤਾਂ ਇਹ ਹਾਲਤ ਹੈ ਕਿ ਭੂਖ ਪਿਆਸੋ ਆਥ। ਆਥ ਕਹਿੰਦੇ ਧਨ ਦੌਲਤ ਨੂੰ। ਮੇਰੇ ਮਨ ਵਿੱਚ ਧਨ ਦੌਲਤ ਦੀ ਹੀ, ਦੁਨੀਆਦਾਰੀ ਦੀ ਹੀ, ਮੋਹ ਮਾਇਆ ਦੀ ਭੁੱਖ ਅਤੇ ਪਿਆਸ ਹੈ। ਕਿਉ ਦਰ ਜਾਏ ਸਾ ਜੀਓ। ਜਦੋਂ ਮੈਂ ਦੁਨੀਆ ਦੀ ਮੋਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹੀ ਲੱਗਾ ਹੋਇਆ ਹਾਂ,
ਤਾਂ ਕਿਉ ਦਰ ਜਾਇਸਾ ਜੀਓ। ਮਹਾਰਾਜ ਮੈਂ ਕਿਵੇਂ ਆਪ ਜੀ ਦੇ ਦਰ ਤੇ ਜਾ ਸਕਦਾ ਹੈ, ਕਿਵੇਂ ਆਪ ਜੀ ਕੀ ਹਜ਼ੂਰੀ ਵਿੱਚ ਪਹੁੰਚ ਸਕਦਾ ਹੈ? ਕਿਉਂਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇਜਿਆ ਜਾਏ। ਮਹਾਰਾਜ ਜਦੋਂ ਮੇਰਾ ਇਹ ਰੂਪ ਮੋਹ ਮਾਇਆ ਵਿੱਚ ਗਲਤਾਨ ਹੋਇਆ, ਤੈਨੂੰ ਭਾਉਂਦਾ ਹੀ ਨਹੀਂ, ਤਾਂ ਮੈਂ ਤੇਰੀ ਪ੍ਰਸੰਨਤਾ ਪ੍ਰਾਪਤ ਕਰਕੇ ਤੇਰਾ ਮਿਲਾਪ ਕਿਵੇਂ ਹਾਸਲ ਕਰ ਸਕਦਾ? ਕਿਉ ਦਰ ਜਾਇਸਾ ਜੀਓ, ਕਿਵੇਂ ਮੈਂ ਦਰਗਾਹ ਵਿੱਚ ਜਾ ਸਕਦਾ ਹਾਂ ਜਦੋਂ ਕਿ ਮੈਂ ਮੋਹ ਮਾਇਆ ਵਿੱਚ ਹੀ ਗਲਤਾਨ ਹੋਇਆ ਹਾਂ। ਸਤਿਗੁਰ ਪੁੱਛਾਉ ਜਾਏ। ਪਰ ਮਨ ਦੇ ਵਿੱਚ ਇਹ ਢਾਰਸ ਵੱਜਦੀ ਹੈ, ਇਹ ਧੀਰਜ ਆਉਂਦੀ ਹੈ ਕਿ ਸਤਿਗੁਰ ਪੁੱਛਾਉ ਜਾਏ, ਮੈਂ ਸੱਚੇ ਗੁਰੂ ਕੇ ਲੜ ਲੱਗ ਜਾਵਾਂ ਤੇ ਗੁਰੂ ਕੋਲੋਂ ਇਸ ਮੋਹ ਮਾਇਆ ਤੋਂ ਬਾਹਰ ਨਿਕਲ ਦਾ ਤਰੀਕਾ ਪੁੱਛ ਲਵਾਂ, ਸਾਧਨ ਪੁੱਛ ਲਵਾਂ, ਗੁਰੂ ਕੋਲੋਂ ਤੇਰੀ ਪ੍ਰਾਪਤੀ ਦਾ ਸਾਧਨ ਪੁੱਛ ਲਵਾਂ। ਨਾਮ ਧਿਆਏ ਸਾਜੀਓ। ਤੇ ਸਤਿਗੁਰੂ ਮਹਾਰਾਜ ਕੋਲੋਂ ਸੋਝੀ ਪ੍ਰਾਪਤ ਕਰਕੇ ਮੈਂ ਸਦਾ ਸਦਾ ਤੇਰੇ ਨਾਮ ਨੂੰ ਧਿਆਉਣਾ ਕਰਾਂ। ਸਾਚੋ ਨਾਮ ਧਿਆਈ ਸਾਚ ਚਵਾਈ। ਸੱਚੇ ਨਾਮ ਨੂੰ ਧਿਆ ਕੇ ਸਾਚ ਚਵਾਈ, ਸੱਚੇ ਦਾ ਹੀ ਆਪਣੇ ਮੁਖ ਤੋਂ ਮੈਂ ਉਚਾਰਨ ਕਰਦਾ ਰਹਾ। ਗੁਰਮੁਖ ਸਾਚ ਪਛਾਣਾ। ਮੁਖੀ ਗੁਰੂ ਦੀ ਕਿਰਪਾ ਦੇ ਨਾਲ ਹੀ ਸੱਚ ਪ੍ਰਮਾਤਮਾ ਤੇਰੇ ਰੂਪ ਨੂੰ ਪਛਾਣਿਆ ਜਾ ਸਕਦਾ ਹੈ। ਦੀਨਾਨਾਥ ਦਇਆਲ ਨਿਰੰਜਨ। ਹੇ ਵਾਹਿਗੁਰੂ, ਜਿਹੜੇ ਮੇਰੇ ਵਰਗੇ ਦੀਨ ਨੇ, ਲਾਚਾਰ ਨੇ, ਬੇਵਸ ਨੇ, ਇੱਛਾ ਤੇ ਭੈ ਸੰਯੁਕਤ ਨੇ, ਉਹਨਾਂ ਦਾ ਤੂੰ ਨਾਥ ਹੈ, ਉਹਨਾਂ ਦੀ ਬਾਹ ਪਕੜਨ ਵਾਲਾ ਹੈ। ਦਇਆਲ ਦਇਆ ਦਾ ਘਰ ਰੂਪ ਹੈ, ਨਿਰੰਜਨ ਮੋਹ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਉਜਲ ਸਰੂਪ ਹੈ। ਆਨ ਦਿਨ ਨਾਮ ਵਖਾਣਾ। ਆਨ ਦਿਨ ਇੱਕ ਰਸ ਲਗਾਤਾਰ ਮੈਂ ਤੇਰੇ ਨਾਮ ਦਾ ਹੀ ਵਖਿਆਨ ਕਰਦਾ ਰਹਾ। ਇਹ ਕਿਰਪਾ ਕਰ ਮੇਰੇ ਉੱਪਰ। ਕਰਨੀ ਕਾਰ ਧੁਰਹੁ ਫੁਰਮਾਈ। ਇਹ ਜਿਹੜੀ ਸ੍ਰੇਸ਼ਟ ਕਾਰ ਸ੍ਰੇਸ਼ਟ ਕਿਰਤ ਹੈ ਨਾ, ਤੇਰਾ ਨਾਮ ਜਪਣਾ, ਇਸ ਦੇ ਕਾਰਨ ਦੀ ਜਿਹੜੀ ਗੱਲ ਹੈ ਧੁਰੋਂ ਫਰਮਾਈ, ਉਹ ਤਾਂ ਧੁਰੋਂ ਹੀ ਤੂੰ ਫਰਮਾਨ ਕੀਤੀ ਹੈ, ਇਹ ਹੁਕਮ ਕੀਤਾ ਹੋਇਆ ਹੈ। ਇਹ ਕਰਤੱਵ ਕਰਨਾ, ਇਹ ਕਿਰਤ ਕਰਨੀ ਧੁਰ ਤੋਂ ਹੀ ਵਾਹਿਗੁਰੂ ਤੂੰ ਕਹੀ ਹੋਈ ਹੈ, ਇਹ ਅਟਲ ਨਿਯਮ ਬਣਾਇਆ ਹੋਇਆ ਹੈ। ਆਪ ਮੁਆ ਮਨ ਮਾਰੀ। ਜਿਸ ਨੇ ਆਪਣੇ ਮਨ ਨੂੰ ਮਾਰ ਲਿਆ, ਮਨ ਨੂੰ ਕਾਬੂ ਵਿੱਚ ਕਰ ਲਿਆ, ਉਹ ਆਪਣੇ ਆਪੇ ਤੋਂ ਮਰ ਗਿਆ, ਆਪਾ ਭਾਵ ਉਸ ਨੇ ਮੇਟ ਲਿਆ। ਨਾਨਕ ਨਾਮ ਮਹਾਰਸ ਮੀਠਾ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਤੇਰਾ ਜਿਹੜਾ ਨਾਮ ਹੈ ਮਿੱਠਾ ਹੈ, ਸਾਰੇ ਰਸਾਂ ਵਿੱਚੋਂ ਮਹਾਨ ਉੱਤਮ ਰਸ ਹੈ। ਤ੍ਰਿਸ਼ਨਾ ਨਾਮ ਨਿਵਾਰੀ। ਤੇਰੇ ਨਾਮ ਦੇ ਸਦਕਾ ਹੀ ਜਿਹੜੀ ਤ੍ਰਿਸ਼ਨਾ ਹੈ ਪਦਾਰਥਾਂ ਦੀ, ਉਹ ਨਿਵਰਤ ਹੁੰਦੀ ਹੈ। ਸੋ ਵਾਹਿਗੁਰੂ ਜੀ ਤੂੰ ਹੀ ਕਿਰਪਾ ਕਰਕੇ ਇਸ ਤ੍ਰਿਸ਼ਨਾ ਨੂੰ, ਇਸ ਭੁੱਖ ਨੂੰ, ਆ ਜਿਹੜੀ ਧਨ ਦੌਲਤ ਦੀ ਭੁੱਖ ਪਿਆਸ ਹੈ, ਸਾਡੇ ਹਿਰਦਿਆਂ ਵਿੱਚੋਂ ਤੂੰ ਇਸ ਨੂੰ ਹੀ ਨਿਵਰਤ ਕਰ ਦਿੱਤਾ ਹੈ। ਸੋ ਸਾਧ ਸੰਗਤ ਜੀ, ਜਿਨ੍ਹਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਨਿਵਰਤ ਹੋ ਗਈ, ਮਨ ਜੁੜ ਗਿਆ ਗੁਰੂ ਚਰਨਾਂ ਦੇ ਨਾਲ, ਜਿਨ੍ਹਾਂ ਦਾ ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਉਹ ਬਣ ਗਏ ਗੁਰਮੁਖ, ਮੁਖ ਗੁਰੂ ਵੱਲ ਹੋ ਗਏ। ਗੁਰਮੁਖਾਂ ਦੀ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੜੀਵਾਰ ਚੱਲ ਰਹੀ ਕਥਾ ਜੋ ਸਿੱਧ ਗੋਸ਼ਟ ਦੀ ਇਸ ਸਥਾਨ ਤੇ ਚੱਲ ਰਹੀ ਹੈ, ਤੇ ਇਸ ਦੀਆਂ ਪੌੜੀਆਂ ਵਿੱਚ ਵਰਣਨ ਕਰ ਰਹੇ ਹਨ। ਗੁਰਮੁਖ ਅਕਥ ਕਥਾ ਵਿਚਾਰ। ਜੋ ਗੁਰਮੁਖ ਹਨ, ਜਿਨ੍ਹਾਂ ਨੇ ਗੁਰੂ ਨੂੰ ਹੀ ਪ੍ਰਮੁੱਖ ਰੱਖਿਆ ਆਪਣੇ ਜੀਵਨ ਦੇ ਵਿੱਚ, ਗੁਰਮੁਖ ਅਕਥ ਕਥਾ ਵਿਚਾਰ। ਅਕਥ ਜੋ ਪਰਮਾਤਮਾ ਕਹਿਣ ਕਥਨ ਤੋਂ ਪਰੇ ਹੈ, ਕਥਨ ਕਰਨ ਦੇ ਨਾਲ ਜਿਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ, ਉਸ ਪਰਮਾਤਮਾ ਦੀ ਵਿਚਾਰ ਨੂੰ ਗੁਰਮੁਖ ਜਨ ਕਥਨ ਕਰਦੇ ਹੈ। ਭਾਵ ਉਸ ਦੀ ਵਿਚਾਰ ਦੇ ਧਾਰਨੀ ਬਣ ਕੇ ਉਸ ਦੇ ਗੁਣਾਂ ਦਾ ਕਥਨ ਕਰਦੇ, ਉਚਾਰਨ ਕਰਦੇ ਹਨ। ਗੁਰਮੁਖ ਨਿਭੈ ਸਭ ਪਰਿਵਾਰ। ਗੁਰਮੁਖ ਜਨ ਪਰਿਵਾਰ ਦੇ ਸਮੇਤ ਹੀ ਨਿਭ ਜਾਂਦੇ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ। ਆਪ ਨਾਮ ਜਪਦੇ ਨੇ, ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਕੇ ਨਾਮ ਨਾਲ ਜੋੜਦੇ ਹੈ ਪ੍ਰਤੱਖ ਤੌਰ ਤੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਆਪ ਗੁਰਮੁਖ ਪਿਆਰੇ ਤਰ ਗਏ, ਕੁਟੰਬ ਪਰਿਵਾਰ ਵੀ ਤਰ ਗਿਆ, ਸੰਗ ਲੋਕ ਸੰਗੀ ਲੋਕ ਜਿਹੜੇ ਸੰਗਤ ਕਰਨ ਵਾਲੇ ਸਨ ਉਹ ਵੀ ਤਰ ਗਏ, ਤੇ ਕੁਲ ਸਬਾਇਆ ਸਾਰੀਆਂ ਕੁਲਾਂ ਵੀ ਤਰ ਗਈਆਂ। ਇਉਂ ਪਰਿਵਾਰ ਸਮੇਤ ਹੀ ਵਾਹਿਗੁਰੂ ਦੇ ਦਰ ਤੇ ਗੁਰਮੁਖ ਪਿਆਰੇ ਨਿਭ ਜਾਂਦੇ ਨੇ। ਗੁਰਮੁਖ ਨਿਭੈ ਸ ਪਰਿਵਾਰ, ਸਹਿਤ ਸ਼ੁਭ ਗੁਣਾ ਰੂਪੀ ਪਰਿਵਾਰ ਦੇ ਨਿਭ ਜਾਂਦੇ ਹੈ।
ਸਪਰਿਵਾਰ ਇੰਦਰੀਆਂ ਰੂਪੀ ਪਰਿਵਾਰ ਦੇ ਸਮੇਤ ਪ੍ਰਭੂ ਦੀ ਪ੍ਰੀਤ ਵਿੱਚ ਨਿਭਦੇ ਹਨ। ਗੁਰਮੁਖ ਜਪੀਐ ਅੰਤਰ ਪਿਆਰੋ। ਗੁਰਮੁਖ ਪਿਆਰੇ ਅੰਦਰ ਦੇ ਪਿਆਰ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰਦੇ ਨੇ, ਕੇਵਲ ਦਿਖਾਵੇ ਮਾਤਰ ਨਹੀਂ, ਕੇਵਲ ਤੇ ਕੇਵਲ ਫਰਜ਼ ਪੂਰਤੀ ਵਾਸਤੇ ਨਹੀਂ, ਬਲਕਿ ਅੰਦਰ ਦੇ ਪਿਆਰ ਨਾਲ ਉਸ ਪਰਮਾਤਮਾ ਨੂੰ ਗੁਰੂ ਕੇ ਰਾਹੀਂ ਜਪਦੇ ਨੇ। ਗੁਰਮੁਖ ਪਾਈਐ ਸ਼ਬਦ ਅਚਾਰੋ। ਗੁਰੂ ਕੀ ਕਿਰਪਾ ਦੇ ਨਾਲ ਹੀ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਦੇ ਸ਼ਬਦ ਦੀ ਕਮਾਈ ਰੂਪੀ ਅਚਾਰ ਕਰਤੱਵ ਨੂੰ ਪ੍ਰਾਪਤ ਕੀਤਾ ਹੈ। ਗੁਰਮੁਖ ਪਾਈਐ ਸ਼ਬਦ ਅਚਾਰ, ਗੁਰੂ ਕੇ ਮੁਖਾਰ ਬਿੰਦ ਤੋਂ ਪ੍ਰਾਪਤ ਹੋਇਆ ਜਿਹੜਾ ਸ਼ਬਦ ਹੈ, ਉਸ ਸ਼ਬਦ ਦੀ ਕਮਾਈ ਕਰਨ ਰੂਪੀ ਆਚਾਰ ਅਥਵਾ ਕਰਤੱਵ ਕਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਈਦਾ ਹੈ। ਸ਼ਬਦ ਭੇਦ ਜਾਣੈ ਜਾਣਾਈ। ਗੁਰਮੁਖ ਜਨ ਗੁਰੂ ਕੀ ਕਿਰਪਾ ਨਾਲ ਗੁਰੂ ਕੇ ਸ਼ਬਦ ਦੇ ਭੇਦ ਨੂੰ ਜਾਣ ਲੈਂਦੇ ਨੇ। ਗੁਰੂ ਕਾ ਉਪਦੇਸ਼ ਸਾਨੂੰ ਕੀ ਸਿੱਖਿਆ ਦੇ ਰਿਹਾ ਹੈ, ਉਸ ਦੀ ਕਮਾਈ ਕਿਵੇਂ ਕਰ ਸਕੀਦੀ ਹੈ, ਇਸ ਭੇਦ ਨੂੰ ਗੁਰਮੁਖ ਪਿਆਰੇ ਜਾਣਦੇ ਨੇ, ਆਪ ਜਾਣ ਕੇ ਹੋਰਨਾਂ ਨੂੰ ਵੀ ਜਣਾਉਂਦੇ ਹਨ। ਨਾਨਕ ਹਉਮੈ ਜਾਲ ਸਮਾਈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਗੁਰਮੁਖਾਂ ਪਿਆਰਿਆਂ ਨੇ ਹਉਮੈ ਜਾਲ, ਹੰਗਤਾ ਮਮਤਾ ਨੂੰ ਸਾੜ ਦਿੱਤਾ ਹੈ ਆਪਣੇ ਮਨ ਵਿੱਚੋਂ, ਤੇ ਇਉਂ ਉਹਨਾਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਮਾ ਗਈ ਹੈ। ਜਦੋਂ ਹਉਮੈ ਖਤਮ ਹੋ ਗਈ ਤਾਂ ਮਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਕੇ ਸਰੂਪ ਦੇ ਦਰਸ਼ਨ ਹੋ ਗਏ, ਸੁਰਤ ਉਸ ਪਰਮਾਤਮਾ ਦੇ ਦਰਸ਼ਨਾਂ ਦੇ ਆਨੰਦ ਵਿੱਚ ਸਮਾ ਗਈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਗੁਰਮੁਖਾਂ ਵਾਲਾ ਜੀਵਨ ਬਖਸ਼ਿਸ਼ ਕਰਨ, ਗੁਰਮੁਖ ਪਦਵੀ ਬਖਸ਼ਣ, ਔਰ ਸਾਡਾ ਇਹ ਜੀਵਨ ਸਫਲਾ ਹੋ ਸਕੇ। ਗੁਰ ਸ਼ਬਦ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਾ ਕੋਟਾਨ ਕੋਟ ਸ਼ੁਕਰਾਨਾ। ਸਮੂਹ ਸੰਗਤਾਂ ਦਾ, ਸਤਿਕਾਰਯੋਗ ਗ੍ਰੰਥੀ ਸਿੰਘਾਂ ਜੀ ਦਾ, ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਸ਼ਬਦ ਭੇਦ ਜਾਣੈ ਜਾਣਾਈ। ਨਾਨਕ ਹਉਮੈ ਜਾਲ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।